ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦਾ ਪਾਵਨ ਸ਼ਬਦ ਪਵਿੱਤਰ ਅੰਮ੍ਰਿਤਮਈ ਪਾਵਨ ਬਚਨ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤੇ। ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਵਿਸਰ ਨਾਹੀ ਏਵੜ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਦਿਨਸ ਰੈਣ ਜਿਉ ਤੁਧ ਧਿਆਈ, ਇਹ ਦਾਨ ਮੋਹਿ ਕਰਨਾ ਜਿਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦਾ ਇਹ ਪਾਵਨ ਸ਼ਬਦ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 100 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਅੰਦਰ ਕਿਰਪਾ ਵਰਤਾਉਂਦੇ ਨੇ ਕਿ ਹੇ ਦਾਤਾਰ ਅਕਾਲ ਪੁਰਖ ਵਾਹਿਗੁਰੂ ਜੀ, ਵਿਸਰ ਨਾਹੀ ਏਵੜ ਦਾਤੇ। ਏਵੜ ਦਾ ਅਰਥ ਹੈ ਇੰਨੇ ਵੱਡੇ ਮਾਲਕ, ਇੰਨੇ ਵੱਡੇ ਦਾਤਾਰ ਜੀ, ਕਿੰਨਾ ਕੁ ਵੱਡਾ ਪਰਮੇਸ਼ਵਰ ਦਾ ਰੂਪ ਹੈ, ਜਾਂ ਉਹ ਦਾਤਾਰ ਕਿੰਨਾ ਕੁ ਵੱਡਾ ਹੈ, ਇਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿਉਂਕਿ ਪਰਮੇਸ਼ਵਰ ਦੀ ਬਰਾਬਰੀ ਕਿਸੇ ਦੇ ਨਾਲ ਨਹੀਂ ਕੀਤੀ ਜਾ ਸਕਦੀ। ਜਿੰਨਾ ਵੱਡਾ ਉਹ ਆਪ ਪਰਮੇਸ਼ਵਰ ਹੈ, ਦੁਨੀਆ ਦੇ ਅੰਦਰ ਕੋਈ ਵੀ ਐਸਾ ਨਹੀਂ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਰਾਬਰੀ ਕਰ ਸਕੇ। ਇਸ ਲਈ ਮਹਾਰਾਜ ਕਹਿੰਦੇ ਇੰਨੇ ਵੱਡੇ ਦਾਤਾਰ ਦਾਤਾ ਜੀ, ਮੇਰੇ ਤੇ ਇੱਕ ਕਿਰਪਾ ਕਰੋ, ਵਿਸਰ ਨਾਹੀ, ਮੇਰੇ ਤੋਂ ਤੁਹਾਡਾ ਨਾਮ ਵਿਸਰ ਨਾ ਜਾਏ। ਸਮਾਂ ਮੇਰੀ ਜ਼ਿੰਦਗੀ 'ਚ ਭਾਵੇਂ ਜਿੱਦਾਂ ਦਾ ਮਰਜ਼ੀ ਆਵੇ, ਅਸੀਂ ਸਮਾਜ ਵਿੱਚ ਰਹਿੰਦੇ ਹਾਂ ਤੇ ਸਮਾਜ ਵਿੱਚ ਵਿਚਰਦਿਆਂ ਹੋਇਆਂ ਕਈ ਤਰ੍ਹਾਂ ਦੇ ਉਤਰਾਅ, ਕਈ ਤਰ੍ਹਾਂ ਦੇ ਚੜ੍ਹਾਅ ਆਉਂਦੇ ਨੇ। ਕਈ ਪ੍ਰਕਾਰ ਦੇ ਦੁੱਖ, ਕਈ ਪ੍ਰਕਾਰ ਦੇ ਸੁੱਖ ਆਉਂਦੇ ਨੇ। ਹਰ ਦਿਨ ਸਾਡਾ ਇੱਕੋ ਜਿਹਾ ਬਤੀਤ ਨਹੀਂ ਹੁੰਦਾ। ਜੈਸਾ ਕੱਲ੍ਹ ਸਮਾਂ ਨਿਕਲਿਆ, ਜ਼ਰੂਰੀ ਨਹੀਂ ਕਿ ਵੈਸਾ ਹੀ ਅੱਜ ਵੀ ਨਿਕਲੇਗਾ। ਜੈਸਾ ਸਮਾਂ ਅੱਜ ਨਿਕਲਣਾ ਹੈ,
ਉਹ ਜ਼ਰੂਰੀ ਨਹੀਂ ਕਿ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮਾਂ ਵੈਸਾ ਹੀ ਹੋਏਗਾ। ਕੱਲ ਸਮਾਂ ਹੋਰ ਸੀ, ਅੱਜ ਹੋਰ ਹੈ, ਆਉਣ ਵਾਲੇ ਸਮੇਂ ਵਿੱਚ ਸਮਾਂ ਹੋਰ ਹੈ। ਇਹ ਦੁੱਖ ਸੁੱਖ, ਖੁਸ਼ੀ ਗਮ, ਵਾਧਾ ਘਾਟਾ, ਇਹ ਚੱਲਦੇ ਰਹਿੰਦੇ ਨੇ। ਪਰ ਇਸ ਦੌਰਾਨ ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਮੇਰੇ ਤੋਂ ਵਿਸਰਨਾ ਨਹੀਂ ਚਾਹੀਦਾ। ਭਾਵੇਂ ਸੁੱਖ ਦਾ ਸਮਾਂ ਹੋਵੇ ਤੇ ਭਾਵੇਂ ਦੁੱਖ ਦਾ ਸਮਾਂ ਹੋਵੇ। ਵੈਸੇ ਜਿਹੜੇ ਭਾਣੇ ਵਿੱਚ ਰਹਿੰਦੇ ਆ, ਜਿਹੜੇ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲਦੇ ਨੇ, ਉਹ ਇੱਕੋ ਹੀ ਬੇਨਤੀ ਕਰਦੇ ਨੇ ਕਿ ਮਹਾਰਾਜ ਜੀ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਵੀ ਮਹਾਰਾਜ ਜੀ, ਜੇ ਸਮਾਂ ਸੁੱਖ ਦਾ ਦਿਓਗੇ ਤਾਂ ਵੀ ਤੁਹਾਨੂੰ ਹੀ ਸਿਮਰਨਾ ਹੈ, ਤੇ ਜੇ ਸਮਾਂ ਜਿਹੜਾ ਉਹ ਤੁਸੀਂ ਦੁੱਖ ਦਾ ਦਿਓਗੇ ਤਾਂ ਵੀ ਤੁਹਾਨੂੰ ਹੀ ਸਿਮਰਨਾ ਹੈ। ਤੇ ਜੇ ਕਿਸੇ ਦਿਨ ਭੁੱਖਾ ਵੀ ਰਹਿਣਾ ਪੈ ਜਾਏ ਤਾਂ ਵੀ ਤੁਹਾਨੂੰ ਹੀ ਸਿਮਰਨਾ ਹੈ। ਵਿਸਰ ਨਹੀਂ, ਮੇਰੇ ਕੋਲੋਂ ਕਦੇ ਵੀ ਪਰਮੇਸ਼ਵਰ ਦਾ ਨਾਮ ਵਿਸਰ ਨਾ ਜਾਵੇ। ਆਪਾਂ ਸਮਾਜ ਵਿੱਚ ਦੇਖਦੇ ਹਾਂ ਕਿ ਜਦੋਂ ਸੁਖਦਾਈ ਸਮਾਂ ਆਉਂਦਾ ਹੈ ਤੇ ਪਰਮੇਸ਼ਵਰ ਦਾ ਨਾਮ ਕਈਆਂ ਤੋਂ ਵਿਸਰ ਜਾਂਦਾ ਹੈ, ਤੇ ਜਦੋਂ ਦੁਖਦਾਈ ਸਮਾਂ ਆਉਂਦਾ ਹੈ ਤੇ ਕਈਆਂ ਨੂੰ ਪਰਮੇਸ਼ਵਰ ਚੇਤੇ ਆਉਂਦਾ ਹੈ, ਪਰ ਕਈਆਂ ਨੂੰ ਦੁਖਦਾਈ ਸਮੇਂ ਵਿੱਚ ਵੀ ਪਰਮੇਸ਼ਵਰ ਵਿਸਰ ਜਾਂਦਾ ਹੈ। ਕਈ ਵਾਰ ਕਿਸੇ ਸਮੇਂ ਕਿਸੇ ਟਾਈਮ ਭੁੱਖਾ ਵੀ ਰਹਿਣਾ ਪੈ ਜਾਏ ਤਾਂ ਵੀ ਦਿਮਾਗ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ, ਕਈ ਪ੍ਰਕਾਰ ਦੀਆਂ ਵਿਚਾਰਾਂ ਆਉਂਦੀਆਂ ਨੇ, ਜਿਸ ਕਰਕੇ ਪਰਮੇਸ਼ਵਰ ਦਾ ਨਾਮ ਸਾਡੇ ਤੋਂ ਵਿਸਰ ਜਾਂਦਾ ਹੈ। ਪਰ ਜੀਵਨ ਐਸਾ ਬਣਾਈਏ ਕਿ ਦੁੱਖ ਹੋਵੇ ਸੁੱਖ ਹੋਵੇ, ਕਦੇ ਪਰਮੇਸ਼ਵਰ ਦਾ ਨਾਮ ਵਿਸਰਨਾ ਨਹੀਂ ਚਾਹੀਦਾ। ਕਿਉਂਕਿ ਦੋਵੇਂ ਸਮੇਂ ਦੇ ਵਿੱਚ ਕਈ ਪ੍ਰਾਣੀ ਐਸੇ ਮਿਲੇ ਨੇ ਜਿਨ੍ਹਾਂ ਆਖਿਆ ਕਿ ਜੀਵਨ ਵਿੱਚ ਸੁੱਖ ਇੰਨਾ ਆਇਆ, ਖੁਸ਼ੀਆਂ ਆਈਆਂ, ਖੁਸ਼ੀਆਂ ਦੇ ਕੁਝ ਸਮਾਗਮ ਆਏ, ਸਾਡਾ ਤੇ ਨਿਤਨੇਮ ਹੀ ਰਹਿ ਗਿਆ। ਕਈ ਦਿਨ ਹੋ ਗਏ ਅਸੀਂ ਨਿਤਨੇਮ ਨਹੀਂ ਆਪਣਾ ਕਰ ਸਕੇ, ਤੇ ਹੁਣ ਕਈ ਦਿਨ ਜਦੋਂ ਨਿਤਨੇਮ ਨਹੀਂ ਹੋਇਆ, ਹੁਣ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਦੁਬਾਰਾ ਸਾਡਾ ਨਿਤ ਦਾ ਨੇਮ ਬਣ ਜਾਏ, ਪਰ ਹੁਣ ਨਿਤ ਦਾ ਨੇਮ ਬਣ ਨਹੀਂ ਰਿਹਾ ਕਿਉਂਕਿ ਮਨ ਆਲਸੀ ਹੋ ਗਿਆ। ਕਈ ਕਹਿੰਦੇ ਜੀ ਸਾਡੀ ਜ਼ਿੰਦਗੀ ਵਿੱਚ ਦੁੱਖ ਹੀ ਇੰਨਾ ਜ਼ਿਆਦਾ ਆ ਗਿਆ ਕਿ ਸਾਨੂੰ ਸੁਝਿਆ ਹੀ ਕੁਛ ਨਹੀਂ, ਸਾਨੂੰ ਪਰਮੇਸ਼ਵਰ ਜਿਹੜਾ ਸੀ ਉਹ ਚੇਤੇ ਹੀ ਨਾ ਆਇਆ, ਜਾਂ ਸਾਡੇ ਕੋਲੋਂ ਨਿਤ ਦਾ ਨੇਮ ਜਿਹੜਾ ਸੀ ਉਹ ਹੋ ਹੀ ਨਹੀਂ ਪਾਇਆ। ਇਹਦਾ ਮਤਲਬ ਦੁੱਖ ਵਿੱਚ ਵੀ ਉਹ ਵਿਸਰ ਗਿਆ ਤੇ ਸੁੱਖ ਵਿੱਚ ਵੀ ਵਿਸਰ ਗਿਆ। ਪਰ ਜਦ ਕਿ ਸਾਡੀ ਜ਼ਿੰਦਗੀ ਦੀ ਅਵਸਥਾ ਐਸੀ ਹੋਵੇ ਕਿ ਉਹ ਦੁੱਖ ਵਿੱਚ ਵੀ ਨਾ ਵਿਸਰੇ ਤੇ ਸੁੱਖ ਵਿੱਚ ਵੀ ਨਾ ਵਿਸਰੇ, ਭਾਵੇਂ ਜੇਠ ਹਾੜ ਦਾ ਸਮਾਂ ਅੱਤ ਦੀ ਤਪਸ਼ ਵਾਲਾ ਹੋਵੇ, ਤੇ ਭਾਵੇਂ ਉਹ ਮਾਘ ਦੇ ਸਮੇਂ ਵਿੱਚ ਅੱਤ ਦੀ ਠੰਡ ਹੋਵੇ, ਸਾਡਾ ਨਿਤ ਦਾ ਨੇਮ ਸਾਡੇ ਤੋਂ ਵਿਸਰਨਾ ਨਹੀਂ ਚਾਹੀਦਾ। ਇਸ ਲਈ ਮਹਾਰਾਜ ਜੀ ਕਹਿੰਦੇ ਆ, ਅਰਦਾਸ ਕਰੋ ਕਿ ਹੇ ਦਾਤਾਰ ਜੀ, ਤੁਹਾਡੇ ਤੋਂ ਵੱਡਾ ਦੁਨੀਆ ਦੇ ਵਿੱਚ ਹੋਰ ਕੌਣ ਹੈ। ਏਵਡ ਦਾਤੇ, ਏਵਡ ਦਾ ਅਰਥ ਹੈ ਇੰਨੇ ਵੱਡੇ ਦਾਤਾਰ ਜੀ, ਇੰਨੇ ਵੱਡੇ ਦਾਤਾ ਜੀ, ਵਿਸਰ ਨਾਹੀਂ ਏਵਡ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ। ਭਗਤਨ
ਜਿਹੜੇ ਭਗਤ ਜੀ ਤੁਹਾਡੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਭਗਤਾਂ ਦੇ ਰੰਗ ਵਿੱਚ ਰਤੇ ਹੋਏ ਦਾਤਾਰ ਜੀ, ਦੇਖੋ ਪਰਮੇਸ਼ਵਰ ਨੂੰ ਵਸ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਪ੍ਰਕਾਰ ਪਰਮੇਸ਼ਵਰ ਨੂੰ ਆਪਣੇ ਵਸ ਨਹੀਂ ਕੀਤਾ ਜਾ ਸਕਦਾ, ਨਾ ਸਿਆਣਪਾਂ ਨਾਲ, ਨਾ ਚਤੁਰਾਈਆਂ ਨਾਲ, ਨਾ ਚਲਾਕੀਆਂ ਨਾਲ, ਨਾ ਧਨ ਨਾਲ, ਨਾ ਪਦਾਰਥਾਂ ਦੇ ਨਾਲ, ਨਾ ਤਾਕਤ ਦੇ ਨਾਲ। ਪਰ ਭਗਤਾਂ ਨੇ ਪਰਮੇਸ਼ਵਰ ਨੂੰ ਵਸ ਵਿੱਚ ਕੀਤਾ ਹੈ। ਉਹਨਾਂ ਨੇ ਕੋਈ ਸਿਆਣਪ, ਕੋਈ ਚਤੁਰਾਈ, ਕੋਈ ਚਲਾਕੀ ਨਹੀਂ ਵਰਤੀ, ਕੇਵਲ ਤੇ ਕੇਵਲ ਪਰਮੇਸ਼ਵਰ ਦੇ ਨਾਲ ਪਿਆਰ ਪਾਇਆ ਹੈ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਕਿਉਂਕਿ ਭਗਤ ਜਿਹੜੇ ਨੇ ਉਹਨਾਂ ਨੇ ਆਪਣਾ ਆਪਾ ਤੁਹਾਨੂੰ ਸਮਰਪਣ ਕਰਕੇ ਆਖਿਆ ਕਿ ਸਾਡੀ ਜ਼ਿੰਦਗੀ ਦੀ ਡੋਰ ਤੁਹਾਡੇ ਹੱਥ ਵਿੱਚ ਹੈ, ਤੁਹਾਡੇ ਤੋਂ ਬਿਨਾਂ ਸਾਡੀ ਜ਼ਿੰਦਗੀ ਕੁਛ ਵੀ ਨਹੀਂ ਹੈ। ਉਹਨਾਂ ਨੇ ਆਪਣਾ ਆਪਾ ਸਮਰਪਣ ਕੀਤਾ ਤੁਹਾਨੂੰ, ਤੇ ਤੁਸੀਂ ਵੀ ਫਿਰ ਉਹਨਾਂ ਦੇ ਵਸ ਹੋ ਕੇ ਉਹਨਾਂ ਦੇ ਰੰਗ ਵਿੱਚ ਰਤੇ ਗਏ। ਭਗਤ ਦੇਖੋ ਸਾਰੇ ਜੀਵ ਹੀ ਵਾਹਿਗੁਰੂ ਜੀ ਨੂੰ ਪਿਆਰੇ ਨੇ, ਪਰ ਜਿਹੜੇ ਭਗਤ ਨੇ ਇਹ ਭਗਤ ਬਹੁਤ ਹੀ ਨੇੜੇ ਨੇ ਵਾਹਿਗੁਰੂ ਦੇ। ਮਾਂ ਬਾਪ ਵਾਸਤੇ ਸਾਰੇ ਬੱਚੇ ਉਹਨਾਂ ਲਈ ਪਿਆਰੇ ਹੁੰਦੇ ਆ। ਜੇ 2 ਬੱਚੇ ਨੇ ਜਾਂ 4 ਨੇ ਤੇ 2 ਹੋਣ ਜਾਂ 4 ਹੋਣ ਤੇ ਚਾਰੇ ਹੀ ਪਿਆਰੇ ਨੇ। ਪਰ ਕਈ ਵਾਰੀ ਚਾਰਾਂ ਦੇ ਵਿੱਚੋਂ ਦੀ ਇੱਕ ਵਾਸਤੇ ਇਹ ਕਹਿਣਾ ਪੈ ਜਾਂਦਾ ਹੈ ਕਿ ਅੱਜ ਤੋਂ ਮੈਂ ਤੈਨੂੰ ਬੇਦਖਲ ਕੀਤਾ, ਅੱਜ ਤੋਂ ਤੂੰ ਮੇਰੇ ਸਾਹਮਣੇ ਨਾ ਆਈ, ਮੇਰੀ ਨਜ਼ਰ ਦੇ ਸਾਹਮਣੇ ਨਾ ਆਈ, ਮੈਂ ਤੈਨੂੰ ਦੇਖਣਾ ਨਹੀਂ ਚਾਹੁੰਦਾ। ਹਾਲਾਂਕਿ ਮਾਂ-ਬਾਪ ਲਈ ਸਾਰੇ ਪਿਆਰੇ ਸਨ, ਪਰ ਇੱਕ ਨੇ ਹਰਕਤ ਹੀ ਐਸੀ ਕੀਤੀ, ਇੱਕ ਨੇ ਕਰਤੂਤ ਹੀ ਐਸੀ ਕੀਤੀ ਕਿ ਮਾਂ-ਬਾਪ ਨੂੰ ਬੱਚੇ ਪਿਆਰੇ ਨੇ, ਪਰ ਫਿਰ ਵੀ ਉਹਨਾਂ ਨੂੰ ਆਪਣੀ ਮਮਤਾ, ਆਪਣੇ ਪਿਆਰ ਤੇ ਪੱਥਰ ਰੱਖ ਕੇ ਇਹ ਕਹਿਣਾ ਪੈਂਦਾ ਹੈ ਕਿ ਜੇ ਤੁਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣੀ ਹੈ ਤੇ ਫਿਰ ਅੱਜ ਤੋਂ ਅਸੀਂ ਤੁਹਾਨੂੰ ਬੇਦਖਲ ਕਰਦੇ ਹਾਂ। 2 ਤਰ੍ਹਾਂ ਦੇ ਪ੍ਰਾਣੀ ਨੇ ਸੰਸਾਰ ਦੇ ਵਿੱਚ, ਇੱਕ ਗੁਰਮੁਖ ਤੇ ਇੱਕ ਮਨਮੁਖ। ਗੁਰਮੁਖ ਨੂੰ ਵਾਹਿਗੁਰੂ ਜੀ ਨੇ ਆਪਣੇ ਗਲ ਨਾਲ ਲਾ ਲਿਆ, ਤੇ ਮਨਮੁਖ ਨੂੰ ਆਖਿਆ ਵੀ ਜੇ ਤੂੰ ਆਪਣੀ ਮਨ ਮਰਜ਼ੀ ਕਰਨੀ ਨਹੀਂ ਛੱਡਣੀ ਤੇ ਫਿਰ ਤੂੰ ਆਪਣੀ ਮਰਜ਼ੀ ਨਾਲ ਤੁਰ, ਫਿਰ ਜੋ ਨਤੀਜਾ ਹੋਏਗਾ ਉਹ ਤੈਨੂੰ ਆਪ ਭੁਗਤਣਾ ਪਏਗਾ। ਫਿਰ ਤੇਰੀ ਮਰਜ਼ੀ ਨਾਲ ਕੀਤੇ ਹੋਏ ਕਰਮ ਜਿਹੜੇ ਨੇ ਉਹ ਫਲ ਤੈਨੂੰ ਭੋਗਣਾ ਪਏਗਾ। ਇਸੇ ਤਰ੍ਹਾਂ ਸੰਸਾਰੀ ਤੇ ਭਗਤ, ਸੰਸਾਰੀ ਸੰਸਾਰ ਵਿੱਚ ਗਲਤਾਨ ਹੋਏ ਹੋਏ ਨੇ, ਉਹ ਆਪਣੀ ਮਰਜ਼ੀ ਨਾਲ ਜੀਵਨ ਜਿਉਣਾ ਚਾਹੁੰਦੇ ਆ, ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੇ ਨੇ। ਪਰ ਜਿਹੜੇ ਭਗਤ ਨੇ ਇਹ ਆਪਣੇ ਤਰੀਕੇ ਨਾਲ ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੰਗ ਵਿੱਚ ਰੰਗ ਕੇ ਜਿਉਣਾ ਚਾਹੁੰਦੇ ਆ। ਇਹ ਕਾਰਨ ਹੈ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ। ਰਾਮ ਰਾਜੇ ਉਹ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਔਰ ਰੱਖਦਾ ਵੀ ਹੈ। ਉਹ ਧੁਰ ਤੋਂ ਹੀ, ਸ਼ੁਰੂ ਤੋਂ ਹੀ ਆਪਣੇ ਪਿਆਰਿਆਂ ਦੀ, ਭਗਤਾਂ ਦੀ ਲਾਜ ਰੱਖਦਾ ਹੈ, ਪਰ ਸ਼ਰਤ ਇਹ ਹੈ ਕਿ ਭਗਤ ਵਾਲੀ ਅਵਸਥਾ ਹੋਣੀ ਚਾਹੀਦੀ ਹੈ। ਅੰਦਰ ਦਾ ਜੀਵਨ ਭਗਤ ਭਾਵ ਭਗਤੀ ਦੇ ਰੰਗ ਵਿੱਚ ਰੰਗਿਆ ਹੋਣਾ ਚਾਹੀਦਾ ਹੈ। ਇਸ ਲਈ ਮਹਾਰਾਜ ਨੇ ਇੱਥੇ ਆਖਿਆ ਕਿ ਵਾਹਿਗੁਰੂ ਜੀ ਤੁਸੀਂ ਭਗਤਨ ਸੰਗ, ਜਿਹੜੇ ਤੁਹਾਡੇ ਪਿਆਰੇ ਨੇ, ਜਿਹੜੇ ਭਗਤ ਸਾਹਿਬਾਨ ਨੇ, ਉਹਨਾਂ ਦੇ ਰੰਗ ਵਿੱਚ ਰਤੇ ਹੋਏ ਹੋ ਜਾਂ ਉਹਨਾਂ ਦੇ ਤੁਸੀਂ ਪਿਆਰੇ ਹੋ। ਹੇ ਭਗਤ ਸਾਹਿਬਾਨ ਦੇ ਪਿਆਰੇ, ਕਰ ਕਿਰਪਾ, ਮੇਰੇ ਤੇ ਵੀ ਆਪਣੀ ਕਿਰਪਾ ਕਰ ਦਿਓ। ਜਿੱਥੇ ਤੁਸੀਂ ਭਗਤਾਂ ਉੱਤੇ ਇੰਨੀ ਕਿਰਪਾ ਕਰਦੇ ਹੋ, ਉੱਥੇ ਸਾਡੇ ਤੇ ਵੀ ਕਰ ਦਿਓ। ਕਿਤੇ ਅਸੀਂ ਅਰਦਾਸ ਇਵੇਂ ਵੀ ਕਰਨੀ ਹੈ ਕਿ ਮਹਾਰਾਜ ਜੀ ਜਿਵੇਂ ਧਰੂ ਤੇ ਪਹਿਰਲਾਦ ਨੂੰ ਰੱਖਿਆ, ਸਾਨੂੰ ਵੀ ਰੱਖੋ। ਜਿਵੇਂ ਤੁਸੀਂ ਮਹਾਰਾਜ ਜੀਓ
ਗਣਕਾਂ ਵਰਗੀ ਪਾਪਣ ਨੂੰ ਤਾਰ ਦਿੱਤਾ, ਸਾਨੂੰ ਵੀ ਤਾਰ ਦਿਓ। ਜੇ ਅਜਾ ਮਲ ਪਾਪੀ ਸਾਰੀ ਉਮਰ ਪਾਪ ਕਮਾਉਣ ਵਾਲਾ ਵੀ ਤਰ ਗਿਆ ਤੇ ਫਿਰ ਸਾਨੂੰ ਵੀ ਤਾਰ ਦਿਓ। ਜੇ ਵੱਡੇ ਵੱਡੇ ਅਪਰਾਧੀ ਤੁਹਾਡੇ ਦਰ ਤੇ ਆ ਕੇ ਗੁਨਾਹਗਾਰ ਬਖਸ਼ੇ ਜਾ ਸਕਦੇ ਆ ਤੇ ਫਿਰ ਮੇਰੇ ਵਰਗਾ ਮੂਰਖ ਕਿਉਂ ਨਹੀਂ? ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰਹੇ। ਇੱਥੇ ਤਾਂ ਕਰੋੜਾਂ ਅਪਰਾਧੀ ਤਰ ਗਏ ਨੇ, ਗੁਨਾਹਗਾਰ ਬਖਸ਼ੇ ਗਏ ਨੇ, ਫਿਰ ਮੈਂ ਮੂਰਖ ਕੀ? ਮੇਰੇ ਮੂਰਖ ਦੀ ਕੀ ਗੱਲ ਹੈ? ਮੈਂ ਤੁਹਾਡੇ ਦਰ ਤੇ ਆ ਕੇ ਇਹ ਅਰਦਾਸ ਕਰਦਾ, ਕੋਟ ਅਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਇਸ ਲਈ ਕਰ ਕਿਰਪਾ ਭਗਤਨ ਸੰਗ ਰਾਤੇ। ਹੇ ਭਗਤਾਂ ਦੇ ਪਿਆਰੇ, ਉਹਨਾਂ ਦਾ ਸੰਗ, ਉਹਨਾਂ ਦੇ ਪਿਆਰ ਰੰਗ ਵਿੱਚ ਰਤੇ ਹੋਏ ਵਾਹਿਗੁਰੂ ਜੀ, ਵਿਸਰ ਨਹੀਂ, ਮੇਰੇ ਕੋਲੋਂ ਕਦੇ ਵੀ ਤੁਹਾਡਾ ਨਾਮ ਵਿਸਰ ਨਾ ਜਾਵੇ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ, ਇਹ ਚਾਉ ਘਟਣਾ ਨਹੀਂ ਚਾਹੀਦਾ, ਇਹ ਦਿਨ ਰਾਤ ਚਾਉ ਮੇਰੇ ਅੰਦਰ ਵਧਣਾ ਚਾਹੀਦਾ। ਇਹ ਖਿੱਚ ਜਿਹੜੀ ਹੈ ਤੁਹਾਡੇ ਵੱਲ ਘਟਣੀ ਨਹੀਂ ਚਾਹੀਦੀ, ਇਹ ਖਿੱਚ ਮੇਰੇ ਅੰਦਰ ਵਧਣੀ ਚਾਹੀਦੀ ਹੈ। ਦਿਨਸ ਰਹਿਣ ਜਿਉ ਤੁਧ ਧਿਆਈ। ਜਿਉ ਤੁਧ ਦਾ ਅਰਥ ਹੁੰਦਾ ਹੈ ਕਿ ਜਿਵੇਂ ਮਾਲਕ ਜੀ ਤੁਹਾਨੂੰ ਚੰਗਾ ਲੱਗਦਾ ਹੈ, ਜਿਵੇਂ ਤੁਹਾਨੂੰ ਭਾਉਂਦਾ ਹੈ, ਜਿਵੇਂ ਵੀ ਹੋ ਸਕੇ ਮੇਰੇ ਤੇ ਕਿਰਪਾ ਕਰੋ। ਕਈ ਵਾਰੀ ਆਪਾਂ ਕਹਿੰਦੇ ਆ ਨਾ, ਕਿਸੇ ਨੂੰ ਕਹਿੰਦੇ ਆ ਵੀ ਆਹ ਮੇਰਾ ਕੰਮ ਜਿਹੜਾ ਇਹਨੂੰ ਸਵਾਰ ਦਿਓ, ਉਹ ਕਹੇਗਾ ਵੀ ਨਹੀਂ ਹਜੇ ਨਹੀਂ ਹੋ ਸਕਦਾ, ਟਾਈਮ ਲੱਗੇਗਾ। ਤੇ ਅਸੀਂ ਕਹਿੰਦੇ ਆ ਵੀ ਨਹੀਂ, ਜਿੱਦਾਂ ਵੀ ਹੋ ਸਕੇ ਇਹ ਕੰਮ ਕਰਨਾ ਹੈ, ਜਿਵੇਂ ਵੀ ਹੋ ਸਕੇ ਆਹ ਕੰਮ ਕਰਨਾ ਹੈ। ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਜਿਉਂ ਤੁਧ ਮਾਲਕ ਜੀ ਜਿਵੇਂ ਵੀ ਹੋ ਸਕੇ ਇਹ ਮੇਰੇ ਤੇ ਕਿਰਪਾ ਜ਼ਰੂਰ ਕਰੋ। ਭਾਵੇਂ ਮੈਂ ਅਵਗੁਣਾਂ ਨਾਲ ਭਰਿਆ ਹਾਂ, ਬੁਰਾਈਆਂ ਨਾਲ ਭਰਿਆ ਹਾਂ, ਭਾਵੇਂ ਮੇਰਾ ਭਾਂਡਾ ਅਤ ਮਲੀਨ ਹੋਇਆ ਪਿਆ ਹੈ, ਭਾਵੇਂ ਮੈਂ ਇਸ ਯੋਗ ਨਹੀਂ ਹਾਂ, ਪਰ ਜਿਵੇਂ ਵੀ ਹੋਵੇ, ਕਿਉਂਕਿ ਤੁਹਾਡੇ ਕੋਲ ਕੋਈ ਵੀ ਐਸੀ ਕਮੀ ਨਹੀਂ ਕਿ ਤੁਸੀਂ ਇਹ ਕਹੋ ਵੀ ਇਹ ਮੇਰੇ ਕੋਲੋਂ ਨਹੀਂ ਹੋ ਸਕਦਾ। ਤੁਸੀਂ ਸਰਬ ਕਲਾ ਸਮਰੱਥ ਹੋ। ਇਸ ਵਾਸਤੇ ਦਿਨਸ ਰਹਿਣ, ਮੈਂ ਤੇ ਦਿਨ ਤੇ ਰਾਤ ਵਿੱਚ ਤੁਹਾਡੇ ਨਾਮ ਨੂੰ ਸਿਮਰਨਾ ਚਾਹੁੰਦਾ ਹਾਂ। ਜਿਉਂ ਤੁਧ, ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹੈ, ਜਿਵੇਂ ਤੁਹਾਨੂੰ ਭਾਉਂਦਾ ਹੈ, ਮੇਰੇ ਤੇ ਕਿਰਪਾ ਕਰ ਦਿਓ। ਧਿਆਈ, ਮੈਂ ਦਿਨ ਰਾਤ ਤੁਹਾਨੂੰ ਧਿਆਉਣਾ ਚਾਹੁੰਦਾ ਹਾਂ, ਦਿਨ ਰਾਤ ਮੈਂ ਧਿਆਉਣਾ ਚਾਹੁੰਦਾ। ਹੁਣ ਧਿਆਨ ਰੱਖਿਓ, ਇਹ ਹਰ ਕੋਈ ਬੇਨਤੀ ਨਹੀਂ ਕਰ ਸਕਦਾ। ਜਿਹਦਾ ਮਨ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ, ਉਹ ਥੋੜ੍ਹੀ ਇਹ ਬੇਨਤੀ ਕਰੇਗਾ। ਜਿਹਦੇ ਅੰਦਰ ਜਾਗਰਤਾ ਆਈ ਹੈ, ਜਿਹਨੂੰ ਥੋੜ੍ਹੀ ਜਿਹੀ ਸਮਝ ਆਈ ਹੈ ਕਿ ਮੈਨੂੰ ਇਹ ਮਨੁੱਖਾ ਜਨਮ ਕਾਹਦੇ ਵਾਸਤੇ ਮਿਲਿਆ ਤੇ ਮੈਂ ਕਿਹੜੇ ਪਾਸੇ ਇਹਨੂੰ ਲਾਈ ਬੈਠਾ, ਜਿਹਨੂੰ ਥੋੜ੍ਹੀ ਬਹੁਤ ਸਮਝ ਆਈ, ਜਿਹੜਾ ਜਗਿਆਸੂ ਬਣ ਗਿਆ। ਜਗਿਆਸੂ ਦਾ ਮਤਲਬ ਜਾਗੇ ਹੋਏ ਦੇ ਅੰਦਰ ਹੁਣ ਆਸ ਜਾਗੀ ਹੈ। ਤੇ ਜਿਹੜਾ ਮਨ ਅੰਦਰ ਸੁੱਤਾ ਪਿਆ ਉਹ ਜਗਿਆਸੂ ਨਹੀਂ ਹਜੇ ਬਣਿਆ, ਕਿਉਂਕਿ ਉਹਨੂੰ ਜਾਗ ਹੀ ਨਹੀਂ ਆਈ ਤੇ ਉਹਨੇ ਆਸ ਕੀ ਅੰਦਰ ਬਣਾਉਣੀ ਹੈ। ਇਸ ਵਾਸਤੇ ਜਿਹਦਾ ਮਨ ਅੰਦਰ ਥੋੜ੍ਹਾ ਬਹੁਤ ਜਾਗਿਆ, ਉਹਨੂੰ ਅੰਦਰ ਜਾਗਰਤਾ ਆਈ, ਫਿਰ ਉਹਨੇ ਆਖਿਆ ਮਹਾਰਾਜ ਜੀ ਜਿਵੇਂ ਮਰਜ਼ੀ ਕਰੋ, ਮੈਂ ਤਾਂ ਤੁਹਾਡੇ ਅੱਗੇ ਅਰਦਾਸ ਕਰ ਰਿਹਾ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਜੇ ਮੇਰੀ ਬੇਨਤੀ ਕੀਤੀ ਤੁਹਾਨੂੰ ਭਾ ਜਾਏਗੀ, ਤੁਹਾਨੂੰ ਇਹ ਮੇਰੀ ਬੇਨਤੀ ਪ੍ਰਵਾਨ ਹੋਏਗੀ, ਤਾਂ ਹੀ ਇਹ ਅੱਗੋਂ ਕਾਰਜ ਰਾਸ ਹੋਣਾ। ਤੇ ਜੇ ਮੇਰੀ ਬੇਨਤੀ ਤੁਹਾਨੂੰ ਪ੍ਰਵਾਨ ਹੀ ਨਹੀਂ ਹੋਈ ਤੇ ਫਿਰ ਕਾਰਜ ਕਿਸੇ ਵੀ ਤਰੀਕੇ ਨਾਲ ਰਾਸ ਨਹੀਂ ਹੋ ਸਕਦਾ। ਫਿਰ ਜਿੰਨੇ ਮਰਜ਼ੀ ਹੱਥ ਪੈਰ ਮਾਰ ਲਈਏ, ਯਤਨ ਕਰ ਲਈਏ, ਉਦਮ ਕਰ ਲਈਏ, ਉਪਾਅ ਕਰ ਲਈਏ, ਤੁਹਾਡੀ ਕਿਰਪਾ ਤੋਂ ਬਿਨਾਂ ਕਾਰਜ ਰਾਸ ਨਹੀਂ ਹੋਣਾ। ਇਸ ਲਈ ਮੇਰੇ ਤੇ ਇੱਕ ਮਿਹਰ ਕਰ ਦਿਓ। ਏਡੇ ਵੱਡੇ ਦਾਤਾ ਜੀ,
ਕਿਰਪਾ ਕਰੋ, ਦਿਨ ਰਾਤ ਤੁਹਾਨੂੰ ਧਿਆਉਣਾ ਚਾਹੁੰਦਾ ਹਾਂ, ਜਿਵੇਂ ਮਰਜ਼ੀ ਕਰੋ, ਮੇਰੇ ਤੇ ਇਹ ਬਖਸ਼ਿਸ਼ ਕਰ ਦਿਓ। ਇਹ ਦਾਨ ਮੋਹੇ ਕਰਨਾ ਜੀਓ। ਆਹ ਵਾਲਾ ਦਾਨ ਕਰਨਾ ਕਰ, ਕਿਰਪਾ ਕਰਕੇ ਮੇਰੀ ਝੋਲੀ ਵਿੱਚ ਪਾ ਦਿਓ। ਤੁਸੀਂ ਕਿਰਪਾ ਦੇ ਮਾਲਕ ਹੋ। ਜਿਹੜਾ ਤੁਹਾਡੇ ਅੱਗੇ ਅਰਜ਼ੋਈ ਕਰਦਾ ਹੈ, ਉਹਦੇ ਉੱਤੇ ਤੁਸੀਂ ਆਪਣੀ ਕਿਰਪਾ ਜ਼ਰੂਰ ਕਰਦੇ ਹੋ। ਤੁਸੀਂ ਦਇਆ ਦੇ ਘਰ ਵਿੱਚ ਰਹਿਣ ਵਾਲੇ ਹੋ। ਜਿਹੜਾ ਤੁਹਾਡੇ ਘਰ ਵਿੱਚ ਬੇਨਤੀ ਕਰਦਾ ਹੈ, ਤੁਸੀਂ ਉਹਦੇ ਉੱਤੇ ਤਰਸ ਕਰਕੇ ਦਇਆ ਜ਼ਰੂਰ ਕਰਦੇ ਹੋ। ਤੁਸੀਂ ਮਿਹਰ ਦੇ ਘਰ ਵਿੱਚ ਰਹਿਣ ਵਾਲੇ ਹੋ। ਜਿਹੜਾ ਤੁਹਾਡੇ ਦਰ ਤੇ ਅਰਜ਼ੋਈ, ਬੇਨਤੀ, ਅਰਦਾਸ, ਪੁਕਾਰ ਕਰਦਾ ਹੈ, ਤੁਸੀਂ ਉਹਦੇ ਉੱਤੇ ਆਪਣੀ ਮਿਹਰ ਜ਼ਰੂਰ ਕਰਦੇ ਹੋ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਤੁਸੀਂ ਸਦਾ ਮਿਹਰਬਾਨ ਹੋ। ਮਿਹਰ ਦੇ ਘਰ ਵਿੱਚ ਜਾਂ ਤੁਹਾਡੇ ਘਰ ਵਿੱਚ ਸਦਾ ਮਿਹਰ ਹੈ। ਜਿਹੜਾ ਤੁਹਾਡੇ ਅੱਗੇ ਅਰਜ਼ੋਈ ਕਰੇ, ਤੁਸੀਂ ਉਹਦੇ ਉੱਤੇ ਆਪਣੀ ਮਿਹਰ, ਆਪਣੀ ਕਿਰਪਾ, ਆਪਣੀ ਦਇਆ ਜ਼ਰੂਰ ਕਰਦੇ ਹੋ। ਇਸ ਵਾਸਤੇ ਮੇਰੇ ਤੇ ਵੀ ਇਹ ਕਿਰਪਾ ਕਰੋ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਤੁਹਾਡੀ ਇਹ ਵੀ ਖਾਸੀਅਤ ਹੈ, ਏਵੜ ਦਾਤੇ, ਏਡੇ ਵੱਡੇ ਦਾਤਾ ਜੀ। ਤੁਹਾਡੇ ਵਿੱਚ ਇਹ ਖਾਸੀਅਤ ਹੈ ਕਿ ਜਦੋਂ ਤੁਰੁੱਠ ਕੇ ਤੁਸੀਂ ਆਪਣੀ ਦਇਆ, ਕਿਰਪਾ, ਮਿਹਰ ਕਰਦੇ ਹੋ, ਤੇ ਫਿਰ ਜਿਹਦੇ ਤੇ ਮਿਹਰ ਕਰਦੇ ਹੋ ਉਹਦਾ ਗੁਣ ਅਵਗਣ ਨਹੀਂ ਤੁਸੀਂ ਵਿਚਾਰਦੇ, ਉਹਦਾ ਗੁਣ ਅਵਗਣ ਨਹੀਂ ਵੇਖਦੇ। ਅਸੀਂ ਕਿਸੇ ਬੰਦੇ ਨੂੰ ਕੋਈ ਚੀਜ਼ ਦੇਣੀ ਹੋਵੇ ਤੇ ਅਸੀਂ ਉਹਨੂੰ ਉਹਦੀਆਂ ਚੰਗਿਆਈਆਂ ਤੇ ਬੁਰਾਈਆਂ ਵੇਖਦੇ ਹਾਂ। ਤੇ ਕਈ ਵਾਰ ਬੰਦਾ ਹੱਥ ਪਿੱਛੇ ਕਰ ਲੈਂਦਾ ਵੀ ਨਹੀਂ, ਇਹ ਤਾਂ ਬੰਦਾ ਇੱਦਾਂ ਦਾ ਹੈ, ਆਹ ਬੰਦਾ ਤੇ ਇੱਦਾਂ ਦਾ ਹੈ, ਨਹੀਂ ਆਹ ਬੰਦੇ ਨੂੰ ਮੈਂ ਆਹ ਚੀਜ਼ ਕਿਉਂ ਦੇ ਦਿੱਤੀ ਆ, ਇਹਨੂੰ ਨਹੀਂ ਸੀ ਦੇਣੀ। ਅਸੀਂ ਕਈ ਵਾਰੀ ਕੋਈ ਚੀਜ਼ ਦੇ ਕੇ ਵੀ ਪਛਤਾਉਂਦੇ ਹਾਂ। ਪਰ ਉਹ ਏਵੜ ਵੱਡਾ, ਇੰਨਾ ਵੱਡਾ ਦਾਤਾ ਹੈ ਕਿ ਉਹ ਦਾਤ ਦੇ ਕੇ ਪਛਤਾਉਂਦਾ ਨਹੀਂ ਹੈ। ਉਹਨੂੰ ਅਫਸੋਸ ਨਹੀਂ ਹੁੰਦਾ ਵੀ ਆਹ ਮੈਂ ਇਹਨੂੰ ਕਿਉਂ ਦਾਤ ਦੇ ਦਿੱਤੀ ਆ। ਤੇ ਜਦੋਂ ਉਹ ਮੇਰੇ ਮਾਲਕ ਜੀ ਤੁਰੁੱਠ ਕੇ ਦਾਤ ਦਿੰਦੇ ਆ ਤੇ ਗੁਣ ਅਵਗਣ ਨਹੀਂ ਵਿਚਾਰਦੇ। ਜੇ ਦਾਤਾ ਜੀ ਗੁਣ ਅਵਗਣ ਵਿਚਾਰਨ ਲੱਗ ਜਾਣ ਨਾ, ਫਿਰ ਤੇ ਕਈ ਜਨਮ ਆਪਾਂ ਹੋਰ ਲੈ ਲਈਏ ਤਾਂ ਵੀ ਉਸ ਮਾਲਕ ਦੀ ਰਹਿਮਤ ਨਹੀਂ ਸਾਨੂੰ ਮਿਲ ਸਕਦੀ। ਕਿਉਂ? ਕਿਉਂਕਿ ਗੁਣ ਤਾਂ ਹੈ ਹੀ ਨਹੀਂ ਪੱਲੇ, ਅਵਗਣ ਹੀ ਅਵਗਣ ਨੇ। ਚੰਗਿਆਈ ਤਾਂ ਹੈ ਹੀ ਨਹੀਂ ਪੱਲੇ, ਬੁਰਿਆਈ ਬੁਰਿਆਈ ਪੱਲੇ ਬੰਨੀ ਹੈ। ਔਰ ਕਬੂਲਣਾ ਵੀ ਪਏਗਾ ਕਿ ਸਭ ਅਵਗਣ ਮਹਿ ਗੁਣ ਨਹੀਂ ਕੋਈ। ਸਾਰੇ ਤਾਂ ਅਵਗਣੀ ਨੇ, ਮੇਰੇ ਅੰਦਰ ਗੁਣ ਕੋਈ ਨਹੀਂ। ਫਿਰ ਮੈਂ ਤੁਹਾਡੀ ਕਿਰਪਾ ਦਾ ਪਾਤਰ ਕਿਵੇਂ ਬਣ ਸਕਦਾ? ਫਿਰ ਮੈਂ ਤੁਹਾਡੀ ਦਇਆ ਦਾ ਪਾਤਰ ਕਿਵੇਂ ਬਣ ਸਕਦਾ? ਮਿਹਰ ਦਾ ਪਾਤਰ ਕਿਵੇਂ ਬਣ ਸਕਦਾ? ਕਿਉਂਕਿ ਮੇਰੇ ਵਿੱਚ ਗੁਣ ਤਾਂ ਹੈ ਹੀ ਕੋਈ ਨਹੀਂ। ਪਰ ਇਹ ਖਾਸੀਅਤ ਹੈ ਤੁਹਾਡੀ ਕਿ ਜਦੋਂ ਤੁਸੀਂ ਕਿਰਪਾ ਕਰਦੇ ਹੋ ਤਾਂ ਗੁਣ ਅਵਗਣ ਨਹੀਂ ਵੇਖਦੇ। ਸਮਾਜ ਦੀ ਹਾਲਤ ਇਦਾਂ ਦੀ ਹੈ ਕਿ ਜੇ ਬੰਦਾ ਬੁਰਿਆਈ ਦਾ ਰਸਤਾ ਛੱਡ ਕੇ ਚੰਗਿਆਈ ਦਾ ਰਸਤਾ ਪਕੜਦਾ ਨਾ, ਅਸੀਂ ਚੰਗਿਆਈ ਵਾਲਾ ਰਸਤਾ ਨਹੀਂ ਵੇਖਦੇ, ਅਸੀਂ ਉਹਦੀ ਬੁਰਿਆਈ ਵਾਲਾ ਰਸਤਾ ਵੇਖਦੇ ਹਾਂ। ਔਰ ਉਹਨੂੰ ਹੀ ਬਾਰ-ਬਾਰ ਅਸੀਂ ਫਰੋਲਦੇ ਰਹਿੰਦੇ ਹਾਂ ਵੀ ਇਹਨੇ ਆਹ ਕਰਮ ਮਾੜੇ ਕੀਤੇ ਆ, ਆਹ ਮਾੜੇ ਕੀਤੇ ਆ, ਅੱਜ ਇਹ ਭਲਾ ਮਾਨਸ ਬਣ ਗਿਆ, ਅੱਜ ਇਹ ਚੰਗਾ ਬਣ ਗਿਆ। ਇੰਨੇ ਸਾਲ ਇਹਨੇ ਮਾੜੇ ਕਰਮ ਕੀਤੇ, ਉਹ ਜਿਹੜਾ ਚੰਗਾ ਬਣਿਆ ਉਹਦੀ ਵਡਿਆਈ ਨਹੀਂ ਕਰਦੇ। ਅਸੀਂ ਉਹਨੂੰ ਉਹ ਦਿਲਾਸਾ ਦੇ ਕੇ ਸ਼ਾਬਾਸ਼ੀ ਨਹੀਂ ਦਿੰਦੇ ਵੀ ਤੂੰ ਮਾੜੇ ਕੰਮ ਛੱਡ ਕੇ ਚੰਗੇ ਰਸਤੇ ਪੈ ਗਿਆ। ਸਗੋਂ ਉਹਦੇ ਮਾੜੇ ਉਹਨੂੰ ਗਿਣਾ ਕੇ ਉਹਦਾ ਮਨ ਡਾਵਾਂ ਡੋਲ ਕਰ ਦਿੰਦੇ ਆ। ਉਹ ਵੀ ਕਹਿੰਦਾ ਫਿਰ ਮੈਂ ਮਾੜਾ ਹੀ ਚੰਗਾ ਸੀ। ਜੇ ਮੈਂ ਮਾੜੇ ਰਾਹ ਤੁਰਦਾ ਸੀ ਲੋਕ ਮੈਨੂੰ ਗੱਲਾਂ ਤੇ ਨਹੀਂ ਸੀ ਕਰਦੇ। ਅੱਜ ਮੈਂ ਚੰਗੇ ਰਾਹ ਤੁਰਿਆ ਤੇ ਲੋਕ ਮੈਨੂੰ ਉਹ ਮਾੜਾ ਰਾਹ ਜਿਹੜਾ ਮਾੜੇ ਜਿਹੜੇ ਅਵਗਣ ਸੁਣਾ ਕੇ ਮੈਨੂੰ ਇਹ ਦੁਖੀ ਪਰੇਸ਼ਾਨ ਕਰਦੇ ਆ। ਉਹ ਡੋਲਿਆ ਹੋਇਆ ਮਨ ਫਿਰ ਮਾੜੇ ਪਾਸੇ ਚਲਾ ਜਾਂਦਾ ਹੈ। ਪਰ ਇਹ ਉਹ ਘਰ ਹੈ ਜਿੱਥੇ ਤੁਹਾਡੇ ਅਵਗਣ ਫਰੋਲੇ ਨਹੀਂ ਜਾਣੇ। ਇਹ ਉਹ ਘਰ ਹੈ ਜਿੱਥੇ ਤੁਹਾਡੇ ਪਰਦੇ ਕੱਜੇ ਜਾਣੇ ਆ।
ਇੱਥੇ ਪਰਦੇ ਕੱਜੇ ਜਾਂਦੇ ਆ। ਸਾਡੇ ਆਉਣ ਦਾ ਮਕਸਦ ਇਹੀ ਹੈ ਕਿ ਮਾਲਕ ਜੀ ਆ ਸੰਗਤ ਦੇ ਸਦਕੇ ਕਿਤੇ ਮੇਰਾ ਵੀ ਪਰਦਾ ਕੱਜ ਦਿਓ, ਆਪਣੇ ਪਿਆਰਿਆਂ ਦੇ ਸਦਕੇ ਕਿਤੇ ਮੇਰੇ ਤੇ ਵੀ ਕਿਰਪਾ ਕਰ ਦਿਓ। ਹਾਲਾਂਕਿ ਮੈਂ ਇਸ ਯੋਗ, ਇਸ ਜਿਹੜਾ ਇਹਦੇ ਯੋਗ ਨਹੀਂ ਆ, ਪਰ ਤੁਹਾਡੀ ਸੰਗਤ ਕਰਕੇ ਕੀ ਪਤਾ ਮੇਰੇ ਵੀ ਪਰਦੇ ਕੱਜੇ ਜਾਣ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਮੇਰੇ ਪਾਪੀ ਦੇ ਪਰਦੇ ਕਿੱਥੇ ਕੱਜੇ ਜਾਣੇ ਸਨ? ਮੇਰੇ ਨਿਰਵਰਗੇ ਨਿਰਗੁਣ ਨੂੰ ਦਾਤੇ ਨੇ ਕਿੱਥੇ ਰੱਖਣਾ ਸੀ? ਪਰ ਰੱਖ ਲਿਆ। ਕਿਵੇਂ ਰੱਖਿਆ? ਸੰਤਨ ਕਾ ਸਦਕਾ, ਆ ਗੁਰਮੁਖਾਂ ਦੀ ਸੰਗਤ ਦੇ ਸਦਕੇ ਮੇਰੇ ਤੇ ਵੀ ਕਿਰਪਾ ਹੋ ਗਈ। ਇਸ ਲਈ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਇੱਥੇ ਮਹਾਰਾਜ ਜੀ ਕਹਿੰਦੇ ਆ, ਇਹੋ ਦਾਨ ਮੋਹੇ ਕਰਨਾ ਜੀਓ। ਇਹ ਦਾਨ, ਇਹ ਖੈਰ, ਇਹ ਬਖਸ਼ਿਸ਼। ਦਾਨ ਦਾ ਅਰਥ ਹੈ ਖੈਰ, ਬਖਸ਼ਿਸ਼, ਇਹ ਦਾਤ ਮੇਰੀ ਝੋਲੀ ਵਿੱਚ ਪਾ ਦਿਓ। ਇਹ ਵਾਹਿਗੁਰੂ ਜੀ, ਮੈਂ ਦਿਨ ਰਾਤ ਤੁਹਾਨੂੰ ਧਿਆਉਣਾ ਚਾਹੁੰਦਾ ਹਾਂ। ਮੈਂ ਦਿਨ ਰਾਤ ਤੁਹਾਡੇ ਨਾਮ ਨੂੰ ਚੇਤੇ ਕਰਕੇ ਸਿਮਰਨ ਵਿੱਚ ਜੁੜਨਾ ਚਾਹੁੰਦਾ ਹਾਂ। ਵਿਸਰ ਨਹੀਂ, ਮੈਂ ਕਿਸੇ ਵੀ ਤਰੀਕੇ ਨਾਲ ਮੈਂ ਅੰਦਰੋਂ ਤੁਹਾਨੂੰ ਵਿਸਾਰਨਾ ਨਹੀਂ ਚਾਹੁੰਦਾ। ਸਮਾਂ ਜਿੱਦਾਂ ਦਾ ਮਰਜ਼ੀ ਆਵੇ, ਥੋੜਾ ਮਿਲੇ ਖਾਣ ਨੂੰ, ਬਹੁਤਾ ਮਿਲੇ ਖਾਣ ਨੂੰ, ਭਾਵੇਂ ਜ਼ਮੀਨ ਤੇ ਸੌਣਾ ਪਏ, ਭਾਵੇਂ ਮਖਮਲੀ ਬਿਸਤਰੇ ਤੇ ਸੌਣਾ ਪਏ, ਭਾਵੇਂ ਜਿੱਦਾਂ ਦਾ ਮਰਜ਼ੀ ਸਮਾਂ, ਪਰ ਮੇਰੇ ਕੋਲੋਂ ਤੁਹਾਡਾ ਨਾਮ ਵਿਸਰਨਾ ਨਹੀਂ ਚਾਹੀਦਾ। ਐਸੀ ਦਾਤ, ਐਸੀ ਖੈਰ, ਬਖਸ਼ਿਸ਼ ਮੇਰੀ ਝੋਲੀ ਵਿੱਚ ਪਾ ਦਿਓ ਜੀ। ਮਾਟੀ ਅੰਧੀ ਸੁਰਤ ਸਮਾਈ, ਸਭ ਕਿਛ ਦੀਆ ਭਲਿਆ ਜਾਈ। ਆਨੰਦ ਬਿਨੋਦ ਚੋਜ਼ ਤਮਾਸ਼ੇ, ਤੁਧ ਭਾਵੈ ਸੋ ਹੋਣਾ ਜਿਉ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ। ਮਾਟੀ ਅੰਧੀ, ਮਾਟੀ ਦਾ ਅਰਥ ਹੈ ਆ ਮਿੱਟੀ ਦਾ ਭਾਂਡਾ। ਇਹ ਮਿੱਟੀ ਦਾ ਭਾਂਡਾ ਜਿਹੜਾ ਹੈ ਇਹ ਅੰਧਾ ਹੈ। ਅੰਧੀ ਦਾ ਮਤਲਬ ਹੁੰਦਾ, ਅੰਧ ਦਾ ਮਤਲਬ ਹੈ ਹਨੇਰਾ। ਇਹ ਮਿੱਟੀ ਇਹ ਅੰਧੀ ਹੈ, ਭਾਵ ਹਨੇਰਾ ਹੈ ਇਸ ਮਿੱਟੀ ਦੇ ਵਿੱਚ। ਇਸ ਭਾਂਡੇ ਦੇ ਅੰਦਰ ਹਨੇਰਾ ਹੈ, ਪਰ ਤੁਸੀਂ ਇਸ ਮਿੱਟੀ ਦੇ ਭਾਂਡੇ ਨੂੰ ਸਾਜ ਕੇ ਇਹਦੇ ਵਿੱਚ ਚੇਤਨਤਾ ਭਰ ਦਿੱਤੀ ਹੈ। ਸੁਰਤ ਦੇ ਤੱਤੇ ਨੂੰ ਸਿਆਰੀ ਸੁਰਤੀ। ਕਈ ਵਾਰੀ ਬੰਦਿਆਂ ਨੂੰ ਅਸੀਂ ਕਹਿੰਦੇ ਆ ਵੀ ਹੁਣ ਤੈਨੂੰ ਸੁਰਤ ਆ ਗਈ, ਭਾਵ ਤੂੰ ਹੋਸ਼ ਵਿੱਚ ਆ ਗਿਆ, ਤੈਨੂੰ ਹੁਣ ਹੋਸ਼ ਆ ਗਈ, ਭਾਵ ਅੱਖਾਂ ਖੁੱਲ ਗਈਆਂ ਤੇਰੀਆਂ। ਜਦੋਂ ਆ ਮਿੱਟੀ ਦਾ ਭਾਂਡਾ ਮੁਰਦਾ ਹੋ ਜਾਏ, ਡੈਡ ਹੋ ਜਾਏ, ਤੇ ਫਿਰ ਇਹਦੇ ਕੰਨ ਵੀ ਬੰਦ ਹੋ ਜਾਂਦੇ ਆ, ਜ਼ੁਬਾਨ ਵੀ ਬੰਦ ਹੋ ਜਾਂਦੀ ਆ, ਅੱਖਾਂ ਵੀ ਇਹਦੀਆਂ ਬੰਦ ਹੋ ਜਾਂਦੀਆਂ, ਭਾਵ ਇਹ ਸਰੀਰ ਜਿਹੜਾ ਹਰਕਤ ਕਰਨਾ ਬੰਦ ਕਰ ਦਿੰਦਾ, ਇਹ ਭਾਂਡਾ ਖਾਲੀ ਹੋ ਜਾਂਦਾ ਹੈ। ਫਿਰ ਹੱਥ ਇਹਦੇ ਆਕੜੇ ਹੋਏ ਨੇ, ਆਕੜੇ ਰਹਿ ਜਾਂਦੇ ਆ, ਪੈਰ ਆਕੜੇ ਨੇ, ਆਕੜੇ, ਕਈਆਂ ਦਾ ਮੂੰਹ ਖੁੱਲ੍ਹਾ ਰਹਿ ਜਾਂਦਾ ਹੈ, ਤੇ ਜਦੋਂ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰੀਏ ਹੁੰਦਾ ਹੀ ਨਹੀਂ, ਆਕੜ ਜਾਂਦਾ ਹੈ। ਕਈਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਨੇ, ਕਈ ਹੱਥ ਰੱਖ ਕੇ ਅੱਖਾਂ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ, ਹੁੰਦੀਆਂ ਹੀ ਨਹੀਂ, ਆਕੜ ਜਾਂਦਾ ਹੈ ਸਰੀਰ। ਕਿਉਂ? ਕਿਉਂਕਿ ਅੰਦਰ ਜਿਹੜੀ ਚੇਤਨਤਾ ਸੀ ਉਹ ਖਤਮ ਹੋ ਗਈ। ਜਿਹਨੇ ਸਰੀਰ ਨੂੰ ਹਰਕਤ ਵਿੱਚ ਲਿਆਂਦਾ ਸੀ ਉਹ ਅੰਦਰੋਂ ਨਿਕਲ ਗਿਆ, ਜਿਹੜਾ ਅੰਦਰ ਹਰਕਤ ਕਰਨ ਵਾਲਾ ਸੀ। ਇਸ ਲਈ ਮਾਲਕ ਜੀ, ਆ ਜਿਹੜਾ ਮਿੱਟੀ ਦੀ ਦੇਹੀ ਤੁਸੀਂ ਬਣਾਈ ਆ ਨਾ, ਇਸ ਮਿੱਟੀ ਦੀ ਦੇਹੀ ਵਿੱਚ ਚੇਤਨਤਾ ਵੀ ਤੁਸੀਂ ਉਹੀ ਪਾਈ ਹੈ। ਇਸ ਸਰੀਰ ਦੇ ਅੰਦਰ ਜੋਤ ਵੀ ਤੁਸੀਂ ਆਪ ਹੀ ਰੱਖੀ ਆ, ਜਿਸ ਜੋਤ ਕਰਕੇ ਇਹ ਸਰੀਰ ਚੱਲ ਰਿਹਾ, ਬੋਲ ਰਿਹਾ, ਸੁਣ ਰਿਹਾ, ਦੇਖ ਰਿਹਾ ਹੈ। ਨਹੀਂ, ਜੇ ਅੰਦਰ ਚੇਤਨਤਾ ਨਾ ਹੋਵੇ ਤੇ ਇਹ ਸਰੀਰ ਤਾਂ ਫਿਰ ਮੁਰਦਾ ਹੈ।
ਇਹ ਸਰੀਰ ਡੈਡ ਹੈ, ਨਾ ਇਹਨੇ ਬੋਲਣਾ, ਨਾ ਸੁਣਨਾ, ਨਾ ਇਹਨੇ ਚੱਲਣਾ, ਕਿਉਂਕਿ ਅੰਦਰ ਚੇਤਨਤਾ ਹੈ ਤੇ ਤਾਂ ਹੀ ਇਹ ਹਰਕਤ ਕਰ ਰਿਹਾ ਹੈ। ਇਸ ਲਈ ਮਾਟੀ ਅੰਧੀ ਸੁਰਤ ਸਮਾਈ, ਆ ਮਿੱਟੀ ਜਿਹੜੀ ਆ ਅੰਦਰ ਹਨੇਰੇ ਦੇ ਨਾਲ ਭਰੀ ਹੈ, ਇਹਦੇ ਅੰਦਰ ਤੁਸੀਂ ਸੁਰਤ ਸਮਾ ਦਿੱਤੀ, ਚੇਤਨਤਾ ਇਹਦੇ ਅੰਦਰ ਭਰ ਦਿੱਤੀ ਹੈ, ਰੱਬੀ ਜੋਤ ਦਾ ਪ੍ਰਕਾਸ਼ ਇਹਦੇ ਅੰਦਰ ਕਰ ਦਿੱਤਾ ਹੈ। ਸਭ ਕਿਛ ਦੀਆ ਭਲੀਆ ਜਾਈ, ਫਿਰ ਸਾਰਾ ਕੁਛ ਦਿੱਤਾ। ਜਦੋਂ ਪਰਮੇਸ਼ਵਰ ਨੇ ਮਾਤਾ ਦੇ ਉਦਰ ਵਿੱਚ, ਮਾਤਾ ਦੇ ਪੇਟ ਵਿੱਚ ਬੱਚੇ ਦੀ ਬਣਤਰ ਬਣਾਉਣੀ ਸ਼ੁਰੂ ਕੀਤੀ, ਤੇ ਬਣਤਰ ਬਣਾਉਣ ਨੂੰ ਜਿਹੜਾ 8-9 ਮਹੀਨੇ ਦਾ ਸਮਾਂ ਲੱਗਾ, ਉਹਦੇ ਵਿੱਚ ਅੱਖਾਂ ਵੀ ਬਣ ਗਈਆਂ, ਹੱਥ, ਨੱਕ, ਮੂੰਹ, ਇਹ ਸਰੀਰ 5 ਤੱਤਾਂ ਦਾ ਜੋੜ ਕੇ ਬਣਾ ਦਿੱਤਾ। ਤੇ ਜਦੋਂ ਇਹ ਸਰੀਰ 5 ਤੱਤਾਂ ਦਾ ਬਣਾਇਆ, ਇੱਕ ਦਿਨ ਇਹਦਾ ਜਨਮ ਹੋ ਗਿਆ। ਤੇ ਜਦੋਂ ਇਹਦਾ ਜਨਮ ਹੋਇਆ ਤੇ ਜਨਮ ਤੋਂ ਬਾਅਦ ਫਿਰ ਇਹਨੂੰ ਸਾਰਾ ਕੁਝ ਪਰਮੇਸ਼ਵਰ ਨੇ ਦਿੱਤਾ, ਸਭ ਕੁਝ। ਸਾਡਾ ਤੇ ਹਰ ਪਲ ਸ਼ੁਕਰਾਨਾ ਹੋਣਾ ਚਾਹੀਦਾ ਹੈ, ਕਿਉਂਕਿ ਬਹੁਤ ਐਸੇ ਵੀ ਨੇ ਜਿਨ੍ਹਾਂ ਦਾ ਜਨਮ ਤੇ ਹੋਇਆ ਪਰ ਉਹਨਾਂ ਨੂੰ ਸਭ ਕੁਝ ਮਿਲਿਆ ਨਹੀਂ। ਜਨਮ ਤੇ ਹੋਇਆ ਪਰ ਅੱਖਾਂ ਵਿੱਚ ਜੋਤ ਨਹੀਂ ਮਿਲੀ, ਜਨਮ ਤੇ ਹੋਇਆ ਕੰਨਾਂ ਵਿੱਚ ਸੁਣਨ ਦੀ ਸਰੋਤ ਨਹੀਂ ਮਿਲੀ, ਜਨਮ ਤੇ ਹੋਇਆ ਬੋਲਣ ਵਾਸਤੇ ਜ਼ੁਬਾਨ ਨਹੀਂ ਮਿਲੀ, ਜਨਮ ਤਾਂ ਹੋਇਆ ਹੱਥ ਪੈਰ ਚੱਲਣ ਵਾਸਤੇ ਤਾਕਤ ਨਹੀਂ ਉਹਨਾਂ ਨੂੰ ਮਿਲੀ, ਜਨਮ ਤਾਂ ਹੋਇਆ ਪਰ ਉਹਨਾਂ ਦਾ ਦਿਮਾਗ ਜਿਹੜਾ ਸੀ, ਦਿਮਾਗ ਹਰਕਤ ਨਹੀਂ ਕਰ ਸਕਿਆ। ਬਹੁਤ ਐਸੇ ਪ੍ਰਾਣੀ ਨੇ ਜਿਨ੍ਹਾਂ ਦੀ ਉਮਰ 40, 50, 60 ਸਾਲ ਦੀ ਹੋ ਗਈ, ਪਰ ਉਹਨਾਂ ਦੀ ਦਿਮਾਗੀ ਹਾਲਤ ਹਜੇ ਵੀ ਇੱਕ ਛੋਟੇ ਜਿਹੇ ਬੱਚੇ ਦੀ ਤਰ੍ਹਾਂ ਹੈ। ਤੇ ਫਿਰ ਅਸੀਂ ਆਪਣੇ ਵੱਲ ਝਾਤੀ ਮਾਰੀਏ, ਆਪਣੇ ਵੱਲ ਵੇਖੀਏ ਕਿ ਮਾਲਕ ਨੇ ਤਾਂ ਸਾਨੂੰ ਸਭ ਕੁਝ ਦਿੱਤਾ ਹੈ, ਸਭ ਕੁਝ ਮਾਲਕ ਨੇ, ਕੋਈ ਕਮੀ ਨਹੀਂ ਛੱਡੀ। ਅੱਖਾਂ ਵੀ ਸੋਹਣੀਆਂ ਦਿੱਤੀਆਂ ਨੇ, ਅੱਖਾਂ ਵਿੱਚ ਦੇਖਣ ਦੀ ਰੋਸ਼ਨੀ ਵੀ ਚੰਗੀ ਦਿੱਤੀ ਹੈ, ਕੰਨ ਵੀ ਸੋਹਣੇ ਦਿੱਤੇ ਆ ਤੇ ਕੰਨਾਂ 'ਚ ਸੁਣਨ ਦੀ ਸਰੋਤ ਵੀ ਵਧੀਆ ਦਿੱਤੀ ਹੈ, ਹੱਥ ਪੈਰ ਵੀ ਸੋਹਣੇ ਦਿੱਤੇ ਆ ਤੇ ਹੱਥ ਪੈਰਾਂ ਨੂੰ ਚਲਾਉਣ ਲਈ ਤਾਕਤ ਵੀ ਦਿੱਤੀ ਹੈ। ਇਹ ਜਿਹੜੇ ਮੁੱਖ ਨੂੰ ਵਿੱਚ ਜੋ ਬੋਲਣ ਦੀ ਤਾਕਤ ਵੀ ਦਿੱਤੀ ਹੈ, ਅਸੀਂ ਫਿਰ ਵੀ ਉਹਦਾ ਸ਼ੁਕਰਾਨਾ ਨਾ ਕਰ ਸਕੀਏ, ਅਸੀਂ ਫਿਰ ਵੀ ਉਹਦਾ ਨਾਮ ਨਾ ਸਿਮਰ ਸਕੀਏ, ਫਿਰ ਇਸ ਤੋਂ ਵੱਡਾ ਅਕਿਰਤ ਘਣ ਕੋਈ ਨਹੀਂ ਹੈ। ਧਰਤੀ ਨੇ ਪੁਕਾਰ ਕੀਤੀ ਸੀ ਨਾ ਇੱਕ ਵਾਰ, ਉਹ ਕਹਿਣ ਲੱਗੀ ਮੈਨੂੰ ਇਹ ਧਰਤੀ ਤੇ ਭਾਰ ਜਿਹੜਾ ਨਾ ਇਹ ਮੇਰੇ ਕੋਲੋਂ ਹੁਣ ਸਹਿਆ ਨਹੀਂ ਜਾਂਦਾ। ਪੁੱਛਿਆ ਕਾਹਦਾ ਭਾਰ? ਕਹਿੰਦੇ ਅਕਿਰਤ ਘਣਾਂ ਦਾ ਭਾਰ। ਮੈਂ ਹਰ ਭਾਰ ਝੱਲ ਸਕਦੀ ਹਾਂ ਪਰ ਮੈਂ ਅਕਿਰਤ ਘਣਾਂ ਦਾ ਭਾਰ ਨਹੀਂ ਝੱਲ ਸਕਦੀ। ਵੀ ਜਿਹਨੂੰ ਸਭ ਕੁਝ ਦਿੱਤਾ ਉਹਨੇ ਹੀ ਤੁਹਾਨੂੰ ਵਿਸਾਰ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਰੋਜ਼ ਕਹਿੰਦੇ ਆ, ਰੋਜ਼ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੁਣਦੇ ਆ, ਮਹਾਰਾਜ ਤਾਂ ਰੋਜ਼ ਕਹਿੰਦੇ ਪਏ ਆ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਤੂੰ ਕਿਉਂ ਉਹਨੂੰ ਵਿਸਾਰ ਕੇ ਬੈਠਾ ਹੈ ਜਿਹਨੇ ਤੈਨੂੰ ਜ਼ਿੰਦਗੀ ਦਿੱਤੀ ਹੈ, ਜਿਉਣ ਵਾਸਤੇ ਤੈਨੂੰ ਜੀਵਨ ਦਿੱਤਾ ਹੈ, ਜਿਹਨੇ ਸਭ ਕੁਝ ਤੈਨੂੰ ਦਿੱਤਾ ਹੈ, ਫਿਰ ਕਿਉਂ ਤੂੰ ਉਹਨੂੰ ਵਿਸਾਰ ਕੇ ਬੈਠਾ ਹੋਇਆ? ਉਹਨੂੰ ਹਰ ਪਲ ਚੇਤੇ ਰੱਖ, ਕਿਉਂਕਿ ਉਹ ਜੇ ਦੇਣਾ ਜਾਣਦਾ ਹੈ ਤੇ ਉਹ ਲੈਣਾ ਵੀ ਜਾਣਦਾ ਹੈ। ਜੇ ਉਹ ਦਾਤਾਂ ਦੇਣੀਆਂ ਜਾਣਦਾ ਹੈ ਤੇ ਉਹ ਦਾਤਾਂ ਲੈਣੀਆਂ ਵੀ ਜਾਣਦਾ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ। ਜੇ ਉਹ ਦਾਤ ਦੇਣਾ ਚਾਹੁੰਦਾ ਹੈ ਤੇ ਉਹ ਦਾਤਾਂ ਵਾਪਸ ਲੈਣਾ ਵੀ ਜਾਣਦਾ ਹੈ, ਕਿਉਂਕਿ ਇਹ ਸਰੀਰ ਦੀ ਬਣਤਰ ਉਹਦੀ ਉਹ ਬਣਾਈ ਹੋਈ ਹੈ। ਉਹਨੂੰ ਪਤਾ ਹੈ ਕਿ ਮੈਂ ਇਹ ਜਿਹੜਾ ਮਿੱਟੀ ਦਾ ਭਾਂਡਾ ਬਣਾਇਆ ਇਹ ਕਿਵੇਂ ਬਣਾਇਆ ਹੈ, ਤੇ ਜੇ ਉਹ ਭਾਂਡਾ ਬਣਾਉਣਾ ਜਾਣਦਾ ਹੈ ਤੇ ਇਸ ਭਾਂਡੇ ਨੂੰ ਤੋੜਨਾ ਵੀ ਜਾਣਦਾ ਹੈ। ਜੇ ਇੱਕ ਪਲ ਦੇ ਵਿੱਚ ਜਨਮ ਦੇਣਾ ਜਾਣਦਾ ਹੈ ਤੇ ਇੱਕ ਪਲ ਵਿੱਚ ਮੌਤ ਦੇਣਾ ਵੀ ਜਾਣਦਾ ਹੈ। ਉਹ ਜੇ ਇੱਕ ਪਲ ਵਿੱਚ ਸੰਸਾਰ ਵਿੱਚ ਭੇਜਣਾ ਜਾਣਦਾ ਹੈ, ਇੱਕ ਪਲ ਵਿੱਚ ਵਾਪਸ ਸੱਦਣਾ ਵੀ ਜਾਣਦਾ ਹੈ। ਉਹ
ਖਿੰਨ ਮੈਂ ਥਾਪ ਉਥਾਪਣ ਹਾਰਾ, ਉਹ ਖਿੰਨ ਵਿੱਚ ਥਾਪ ਵੀ ਦਿੰਦਾ ਹੈ ਤੇ ਉਥਾਪ ਵੀ ਦਿੰਦਾ ਹੈ। ਫਿਰ ਕਿਉਂ ਉਹਨੂੰ ਆਪਾਂ ਵਿਸਾਰ ਕੇ ਬੈਠੇ ਹਾਂ? ਇਸ ਲਈ ਮਹਾਰਾਜ ਜੀ ਨੇ ਅੱਜ ਦੇ ਬਚਨ ਵਿੱਚ ਆਖਿਆ ਕਿ ਮਾਲਕ ਜੀ, ਇਹ ਮਿੱਟੀ ਦਾ ਭਾਂਡਾ ਜਿਹੜਾ ਹੈ ਇਹ ਅੰਧਾ ਹੈ, ਭਾਵ ਡੈਡ ਹੈ, ਮੁਰਦਾ ਹੈ, ਪਰ ਇਹਦੇ ਵਿੱਚ ਸੁਰਤ ਸਮਾਈ, ਤੁਸੀਂ ਚੇਤਨਤਾ ਭਰ ਦਿੱਤੀ ਇਹਦੇ ਵਿੱਚ। ਫਿਰ ਸਭ ਕੁਛ ਦਿਆ, ਫਿਰ ਸਾਰਾ ਕੁਛ ਇਹਨੂੰ ਦਿੱਤਾ, ਸਾਰੇ ਸੁੱਖ ਆਰਾਮ ਇਹਨੂੰ ਦਿੱਤੇ। ਭਲੀਆ ਜਾਈ, ਜਾਈ ਮੈਨੇ ਥਾਂ ਜਗ੍ਹਾ, ਇਹਨੂੰ ਚੰਗੀਆਂ ਥਾਵਾਂ ਵੀ ਦਿੱਤੀਆਂ। ਹੁਣ ਧਿਆਨ ਰੱਖਿਓ, ਧਰਤੀ ਜਦੋਂ ਪਰਮੇਸ਼ਵਰ ਨੇ ਬਣਾਈ ਸੀ, ਮਾੜੀ ਨਹੀਂ ਸੀ ਬਣਾਈ। ਇਹ ਮਾੜੀ ਕੀਤੀ ਕਿਹਨੇ ਹੈ? ਅਸੀਂ। ਉਹਨੇ ਕੋਈ ਜਗ੍ਹਾ ਮਾੜੀ ਨਹੀਂ ਸੀ ਬਣਾਈ, ਇਹ ਸਾਰੀਆਂ ਮਾੜੀਆਂ ਜਗ੍ਹਾਵਾਂ ਅਸੀਂ ਬਣਾਈਆਂ ਨੇ। ਕਈ ਵਾਰ ਦਾਸ ਨੇ ਜ਼ਿਕਰ ਕੀਤਾ, ਜਿਹੜੇ ਇੱਥੋਂ ਦੇ ਵਾਸੀ ਨੇ, ਬਜ਼ੁਰਗ ਨੇ, ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ, ਆ ਸਾਡੇ ਨਾਲ ਗੰਦਾ ਨਾਲਾ ਵਗਦਾ ਹੈ, ਪਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪੁੱਛੋ, ਕਿਸੇ ਟਾਈਮ ਇਸੇ ਹੀ ਨਾਲੇ ਵਿੱਚ ਜਾ ਕੇ ਨਹਾਉਂਦੇ ਸਨ, ਇੱਥੋਂ ਦਾ ਪਾਣੀ ਪੀਂਦੇ ਸਨ, ਇੱਥੇ ਜਾ ਕੇ ਕੱਪੜੇ ਧੋਣੇ, ਇੱਥੋਂ ਜਾ ਕੇ ਪਾਣੀ ਪੀਣਾ, ਇੱਥੇ ਜਾ ਕੇ ਨਹਾਉਣਾ। ਤੇ ਅੱਜ ਬੰਦਾ ਕੋਲੋਂ ਲੰਘਣ ਲੱਗਿਆਂ ਨੱਕ ਬੰਦ ਕਰਕੇ ਜਾਂਦਾ ਹੈ, ਉਹ ਇੰਨਾ ਜ਼ਹਿਰੀਲਾ ਹੋ ਚੁੱਕਾ ਹੈ। ਉਹਦੇ ਵਿੱਚ ਇੰਨੇ ਜ਼ਹਿਰੀਲੇ ਕੀਟਾਣੂ ਉਹਦੇ ਵਿੱਚ ਨੇ ਕਿ ਕਈ ਭਿਆਨਕ ਬਿਮਾਰੀਆਂ ਲੱਗ ਸਕਦੀਆਂ। ਪਰ ਇੱਕ ਸਮਾਂ ਸੀ ਕਿ ਲੋਕ ਉੱਥੋਂ ਪਾਣੀ ਪੀ ਕੇ ਜਾਂਦੇ ਸਨ। ਫਿਰ ਉਹ ਗੰਦਲਾ ਕਿਹਨੇ ਕਰ ਦਿੱਤਾ? ਅਸੀਂ ਕੀਤਾ। ਹੁਣ ਮਾਲਕ ਨੇ ਤਾਂ ਕੁਦਰਤ ਬੜੀ ਸੋਹਣੀ ਬਣਾਈ ਹੈ, ਮਾਲਕ ਨੇ ਕੁਦਰਤ ਮਾੜੀ ਨਹੀਂ ਸੀ ਬਣਾਈ, ਪਰ ਉਹ ਕੁਦਰਤ ਨੂੰ ਮਾੜਾ ਕਰ ਕਿਹਨੇ ਦਿੱਤਾ? ਦੂਸ਼ਿਤ ਕਿਹਨੇ ਕੀਤਾ? ਅਸੀਂ ਕੀਤਾ। ਮਾਲਕ ਨੇ ਇਨਸਾਨ ਵੀ ਮਾੜਾ ਨਹੀਂ ਸੀ ਬਣਾਇਆ, ਪਰ ਇਨਸਾਨ ਮਾੜਾ ਕਿਉਂ ਹੋ ਗਿਆ? ਮਾਇਆਵੀ ਪ੍ਰਭਾਵ ਹੇਠ ਆ ਕੇ, ਤ੍ਰੈ ਗੁਣੀ ਮਾਇਆ ਦੇ ਹੇਠ ਆ ਕੇ ਇਹ ਮਾੜਾ ਹੋ ਗਿਆ, ਇਨਸਾਨ ਸ਼ੈਤਾਨ ਹੋ ਗਿਆ। ਕਿਉਂ ਹੋ ਗਿਆ? ਪਰ ਜੇ ਪਰਮੇਸ਼ਵਰ ਨੇ ਬਣਾਇਆ ਤੇ ਇਹਨੇ ਮਾੜਾ ਨਹੀਂ ਸੀ ਬਣਾਇਆ। ਸਾਨੂੰ ਇਹ ਵੀ ਕਹਿ ਦਿੱਤਾ ਗਿਆ ਵੀ ਜੇ ਤੁਹਾਡੇ ਘਰ ਬੱਚੇ ਦਾ ਜਨਮ ਮੰਗਲਵਾਰ ਹੋਇਆ, ਇਹ ਠੀਕ ਨਹੀਂ ਹੋਇਆ, ਇਹ ਠੀਕ ਨਹੀਂ ਹੋਇਆ, ਬੜਾ ਮਾੜਾ ਹੋਇਆ। ਇਹ ਮੰਗਲਵਾਰ ਜਨਮ ਨਹੀਂ ਸੀ ਲੈਣਾ ਚਾਹੀਦਾ। ਅਸੀਂ ਤੇ ਸਿੱਧਾ ਦੋਸ਼ ਰੱਬ ਨੂੰ ਦੇ ਦਿੱਤਾ ਵੀ ਰੱਬ ਜੀ, ਤੁਸੀਂ ਇਸ ਬੱਚੇ ਦਾ ਜਨਮ ਇਹਦੇ ਘਰ ਮੰਗਲਵਾਰ ਕਿਉਂ ਕਰਵਾਇਆ? ਇਹਦਾ ਮਤਲਬ ਅਸੀਂ ਸਿਆਣੇ ਆ, ਉਹ ਸਿਆਣਾ ਹੈ। ਉਹਨੇ ਗਲਤੀ ਕਰ ਦਿੱਤੀ ਬੱਚੇ ਨੂੰ ਜਨਮ ਦੇ ਕੇ, ਤੇ ਜਿਹੜਾ ਸਿਆਣਾ ਸੀ ਉਹਨੇ ਆਖਿਆ ਵੀ ਤੁਹਾਨੂੰ ਉਪਾਅ ਕਰਨਾ ਪਏਗਾ, ਤੁਸੀਂ ਫਲਾਣੀ ਥਾਂ ਤੇ ਉਪਾਅ ਕਰਕੇ ਆਓ, ਫਿਰ ਚੰਗਾ ਹੋ ਜਾਣਾ ਬੱਚਾ, ਫਿਰ ਉਹ ਬੱਚਾ ਠੀਕ ਹੋ ਜਾਏਗਾ ਜੇ ਉਪਾਅ ਕਰਵਾ ਦਿੱਤਾ। ਇਹ ਸਾਡੇ ਬਣਾਏ ਹੋਏ ਤਰੀਕੇ ਨੇ ਜਿਹਦੇ ਵਿੱਚ ਅਸੀਂ ਉਲਝ ਗਏ ਹਾਂ। ਜੇ ਪਰਮੇਸ਼ਵਰ ਨੇ ਸਾਨੂੰ ਸ਼ਨੀਵਾਰ ਪੈਦਾ, ਹੁਣ ਇਹ ਦਿਨ ਕਿਹਨੇ ਬਣਾਇਆ? ਜਦੋਂ ਦੁਨੀਆ ਬਣੀ ਸੀ ਉਦੋਂ ਤਾਂ ਦਿਨ ਦੇ ਨਾਮ ਵੀ ਨਹੀਂ ਸੀ। ਜਦੋਂ ਦੁਨੀਆ ਬਣਾਈ ਰੱਬ ਜੀ ਨੇ, ਉਦੋਂ ਸੋਮਵਾਰ ਮੰਗਲਵਾਰ ਕਿੱਥੇ ਸੀ? ਇਹ ਤਾਂ ਅਸੀਂ ਰੱਖੇ ਨੇ ਨਾਮ। ਉਦੋਂ ਇਹ ਮਹੀਨਿਆਂ ਦੇ ਨਾਮ ਵੀ ਨਹੀਂ ਸੀ, ਇਹ ਵੀ ਆਪਾਂ ਹੀ ਰੱਖੇ ਨੇ। ਜਿਵੇਂ ਜਿਵੇਂ ਕੈਲੰਡਰ ਬਣਦੇ ਗਏ ਤਿਵੇਂ ਤਿਵੇਂ ਇਹਨਾਂ ਦੇ ਨਾਮ ਵੀ ਬਣਦੇ ਗਏ। ਪਹਿਲੇ ਤੇ ਘੜੀਆਂ ਵੀ ਨਹੀਂ ਸੀ ਸਮਾਂ ਦੇਖਣ ਵਾਸਤੇ, ਜਿਵੇਂ ਜਿਵੇਂ ਇਹ ਘੜੀਆਂ ਬਣੀਆਂ, ਸਮਾਂ ਬਣਿਆ, ਫਿਰ ਇਹ ਦਿਨ ਵੀ ਬਣ ਗਏ, ਥਿੱਤਾਂ ਵੀ ਵਰ ਗਈਆਂ, ਵਾਰ ਵੀ ਬਣ ਗਏ, ਮਹੀਨੇ, ਇਹ ਸਾਰਾ ਕੁਝ ਆਪਾਂ। ਪਰ ਜਿਹੜੀ ਕੁਦਰਤ ਬਣਾਈ ਹੈ ਉਹ ਮਾਲਕ ਨੇ ਬਣਾਈ ਹੈ। ਕੁਦਰਤ ਵਿੱਚ ਉਹ ਅੱਜ ਵੀ ਵਸਦਾ ਹੈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਅਸੀਂ ਉਹਨੂੰ ਨਹੀਂ ਜਾਣ ਪਾਏ, ਅਸੀਂ ਕੁਦਰਤ ਨੂੰ ਹੀ ਉਹਦੇ ਨਾਲ ਖਿਲਵਾੜ ਕਰਕੇ ਉਹਨੂੰ ਅਸੀਂ ਦੂਸ਼ਿਤ ਕਰ ਦਿੱਤਾ। ਖੈਰ, ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਸਭ ਕਿਛ ਦੀਆ। ਪਹਿਲੇ ਇਸ ਮਾਟੀ ਅੰਧੀ ਵਿੱਚ ਚੇਤਨਤਾ ਭਰੀ, ਫਿਰ ਚੇਤਨਤਾ ਭਰ ਕੇ ਇਹਨੂੰ ਹੋਸ਼ ਵਿੱਚ ਲਿਆਂਦਾ, ਇਹਨੂੰ ਜਾਗਰਤਾ ਵਿੱਚ ਲਿਆਂਦਾ, ਫਿਰ ਸਾਰਾ ਕੁਛ ਦਿੱਤਾ। ਭਲੀਆ ਜਾਈ, ਜਾਈ ਮੈਨੇ ਥਾਂ ਜਗ੍ਹਾ, ਸਾਰੀਆਂ ਥਾਵਾਂ ਇਹਨੂੰ ਚੰਗੀਆਂ ਦਿੱਤੀਆਂ। ਅਨੰਦ ਬਿਨੋਦ ਚੋਜ ਤਮਾਸ਼ੇ, ਤੁਧ ਭਾਵੈ ਸੋ ਹੋਣਾ ਜੀਓ। ਮਾਲਕ ਜੀ, ਫਿਰ ਇਹ ਜਦੋਂ ਇਹਨੂੰ ਸਾਰਾ ਕੁਛ ਦਿੱਤਾ,
ਇਹਨੂੰ ਜਨਮ ਤੋਂ ਲੈ ਕੇ ਮੌਤ ਤੱਕ ਸਾਰੀ ਸਹੂਲਤਾਂ ਇਹਨੂੰ ਦਿੱਤੀਆਂ, ਜਿਹਦੇ ਵਿੱਚ ਇਹ ਆਨੰਦ ਵਿਨੋਦ ਚੋਜ ਤਮਾਸ਼ੇ, ਜਿਹਦੇ ਵਿੱਚ ਇਹ ਦੁਨੀਆ ਦੇ ਰੰਗਾਂ ਵਿੱਚ ਰੰਗ ਕੇ ਖੁਸ਼ੀਆਂ ਮਾਣਨ ਲੱਗ ਪਿਆ। ਦੁਨੀਆ ਦੇ ਚੋਜ ਤਮਾਸ਼ੇ ਖੇਲ ਤਮਾਸ਼ੇ ਜਿਹੜੇ ਆ ਇਹ ਦੇਖਣ ਲੱਗ ਪਿਆ। ਤੇ ਇਹ ਦੁਨੀਆ ਦੀਆਂ ਖੁਸ਼ੀਆਂ ਮਾਣਦਿਆਂ ਹੋਇਆਂ, ਦੁਨੀਆ ਦੇ ਖੇਲ ਤਮਾਸ਼ੇ ਦੇਖਦਿਆਂ ਦੇਖਦਿਆਂ ਇਹ ਸੋਚ ਬੈਠਾ ਕਿ ਇਹ ਸਾਰਾ ਕੁਝ ਮੇਰੇ ਹੱਥ ਵਿੱਚ ਹੈ। ਇਹ ਸੋਚ ਬੈਠਾ ਵੀ ਇਹ ਸਭ ਕੁਝ ਮੇਰੇ ਹੱਥ ਵਿੱਚ ਹੈ। ਮੈਂ ਜਿਵੇਂ ਕਿਸੇ ਨੂੰ ਨਚਾਵਾਂ ਤਿਵੇਂ ਉਹ ਨੱਚੇਗਾ, ਮੈਂ ਜਿਵੇਂ ਕਿਸੇ ਨੂੰ ਕਵਾਂ ਉਹ ਉਹੀ ਉਸੇ ਤਰ੍ਹਾਂ ਕਰੇਗਾ। ਪਰ ਇਹ ਭੁਲੇਖਾ ਹੈ। ਸਾਹਿਬ ਕਹਿੰਦੇ ਨਹੀਂ, ਜੋ ਤੁਧ ਭਾਵੈ ਸੋ ਹੋਣਾ ਜੀਓ, ਜੋ ਤੁਹਾਨੂੰ ਭਾਉਂਦਾ ਹੈ ਹੋਣਾ ਉਹੀ ਹੈ। ਅਸੀਂ ਭਾਵੇਂ ਲੱਖ ਸੋਚੀ ਜਾਈਏ, ਪਲੈਨਿੰਗ ਕਰੀ ਜਾਈਏ, ਪਰ ਹੋਣਾ ਕੀ ਹੈ? ਜੋ ਉਹਨੂੰ ਭਾਉਣਾ ਹੈ, ਜੋ ਉਹਨੂੰ ਚੰਗਾ ਲੱਗਣਾ ਹੈ। ਹੁਣ ਸਾਨੂੰ ਕੀ ਭਾਉਂਦਾ ਹੈ? ਸਾਨੂੰ ਭਾਉਂਦਾ ਹੈ ਕਿ ਅਸੀਂ ਕੰਡੇ ਬੀਜੀਏ ਤੇ ਸਾਨੂੰ ਫੁੱਲ ਮਿਲ ਜਾਣ। ਸਾਨੂੰ ਇਹ ਭਾਉਂਦਾ ਹੈ ਕਿ ਅਸੀਂ ਦੁਨੀਆ ਦਾ ਮਾੜਾ ਕਰੀਏ ਪਰ ਮੇਰੇ ਨਾਲ ਚੰਗਾ ਹੋਵੇ। ਸਾਨੂੰ ਭਾਉਂਦਾ ਹੈ ਕਿ ਦੁਨੀਆ ਵਿੱਚ ਸਾਰਿਆਂ ਨੂੰ ਘਾਟਾ ਪੈ ਜਾਏ, ਵਾਧਾ ਮੈਨੂੰ ਇਕੱਲੇ ਨੂੰ ਹੋਵੇ। ਅਸੀਂ ਚਾਹੁੰਦੇ ਹਾਂ ਸਾਰੇ ਦੁਖੀ ਹੋ ਜਾਣ ਤੇ ਮੈਂ ਇਕੱਲਾ ਸੁਖੀ ਹੋ ਜਾ। ਕਿ ਇਸ ਤਰ੍ਹਾਂ ਹੋ ਜਾਏਗਾ? ਨਹੀਂ, ਜੋ ਉਹਨੂੰ ਭਾਉਂਦਾ ਹੈ ਹੋਣਾ ਉਵੇਂ ਹੈ। ਜੇ ਕੰਡੇ ਬੀਜੇ ਆ ਤਾਂ ਕੰਡੇ ਹੀ ਚੁਗਣੇ ਪੈਣੇ ਆ, ਇਹ ਉਹਨੂੰ ਭਾਉਂਦਾ ਹੈ। ਜੇ ਮਾੜੇ ਕੰਮ ਕੀਤੇ ਆ ਤੇ ਮਾੜਾ ਫਲ ਹੀ ਭੋਗਣਾ ਪੈਣਾ, ਇਹ ਉਹਨੂੰ ਭਾਉਂਦਾ ਹੈ। ਜੇ ਚੰਗੇ ਕਰਮ ਕੀਤੇ ਆ ਤੇ ਚੰਗਾ ਫਲ ਝੋਲੀ ਵਿੱਚ ਪੈਣਾ, ਇਹ ਉਹਨੂੰ ਭਾਉਂਦਾ ਹੈ। ਜੇ ਅਸੀਂ ਜ਼ਹਿਰ ਬੀਜ ਕੇ ਕਹੀਏ ਅੰਮ੍ਰਿਤ ਮਿਲ ਜਾਏ, ਉਹ ਉਹਨੂੰ ਨਹੀਂ ਭਾਉਂਦਾ। ਅਸੀਂ ਕਹੀਏ ਵੀ ਫਲਾਣੇ ਦਾ ਮਾੜਾ ਹੋ ਜਾਏ, ਫਲਾਣਾ ਮੇਰਾ ਜਿਹੜਾ ਮਿੱਤਰ ਹੈ, ਦੋਸਤ ਹੈ ਜਾਂ ਗਵਾਂਢੀ ਹੈ, ਉਹਦੇ ਘਰ ਖੁਸ਼ੀਆਂ ਆਉਣੀਆਂ ਨਹੀਂ ਚਾਹੀਦੀਆਂ, ਇਹ ਉਹਨੂੰ ਨਹੀਂ ਭਾਉਂਦਾ। ਇਹ ਮਾਲਕ ਨੂੰ ਕੀ ਭਾਉਂਦਾ ਹੈ? ਮਾਲਕ ਨੂੰ ਭਾਉਂਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਭਾਉਂਦਾ ਹੈ। ਹੁਣ ਇੱਥੇ ਆ ਕੇ ਅਰਦਾਸ ਕਰੀਏ ਫਲਾਣੇ ਦਾ ਨੁਕਸਾਨ ਹੋ ਜਾਏ, ਉਹ ਉਹਨੂੰ ਨਹੀਂ ਭਾਉਂਦਾ। ਫਲਾਣਾ ਜਿਹੜਾ ਮੇਰੇ ਤੋਂ ਅਗਾਂਹ ਨਾ ਨਿਕਲ ਜਾਏ, ਇਹ ਉਹਨੂੰ ਨਹੀਂ ਭਾਉਂਦਾ, ਕਿਉਂਕਿ ਕਰਮੀ ਆਪੋ ਆਪਣੀ ਹੈ। ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਓ। ਮਹਾਰਾਜ ਕਹਿੰਦੇ ਇਹ ਮੈਨੂੰ ਨਹੀਂ ਭਾਉਂਦਾ ਕਿ ਤੂੰ ਮਾੜੇ ਕੰਮ ਕਰਕੇ ਆਵੇਂ ਤੇ ਇੱਥੇ ਆ ਕੇ ਕਵੇਂ ਚੰਗਾ ਫਲ ਮਿਲ ਜਾਏ। ਮਾੜੀ ਸੋਚ ਰੱਖ ਕੇ ਤੂੰ ਕਹੇ ਮੈਨੂੰ ਚੰਗਾ ਜੀਵਨ ਕਿਵੇਂ ਹੋਏਗਾ? ਇਸ ਵਾਸਤੇ ਜਿੱਦਾਂ ਦਾ ਕਰਮ ਕਰੇਗਾ ਫਲ ਉਦਾਂ ਦਾ ਮਿਲਣਾ ਹੈ। ਹੁਣ ਮੈਂ ਜੋ ਮਰਜ਼ੀ ਸੋਚੀ ਜਾਵਾਂ, ਪਰ ਹੋਣਾ ਕੀ ਹੈ? ਜੋ ਉਹਨੂੰ ਭਾਉਂਦਾ ਹੈ। ਇਸ ਲਈ ਮਹਾਰਾਜ ਨੇ ਆਖਿਆ ਵੀ ਜੋ ਉਹਨੂੰ ਭਾਉਂਦਾ ਹੈ। ਨਰ ਚਾਹਤ ਕਛ ਔਰੇ ਕੀ ਔਰੇ ਭਈ। ਅਸੀਂ ਚਾਹੁੰਦੇ ਕੁਝ ਹੋਰ ਸਾਂ, ਬਣ ਕੁਝ ਹੋਰ ਗਿਆ। ਜੋ ਬਣ ਗਿਆ ਉਹ ਉਹਨੂੰ ਭਾਉਂਦਾ ਸੀ, ਜੋ ਨਹੀਂ ਬਣਿਆ ਉਹ ਸਾਨੂੰ ਭਾਉਂਦਾ ਸੀ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਅਰਦਾਸ ਕਰ ਮਾਲਕ ਦੇ ਚਰਨਾਂ 'ਚ ਕਿ ਦਾਤਾ ਜੀ, ਇਹ ਜਿਹੜੇ ਅਸੀਂ ਦੁਨੀਆ ਦੀਆਂ ਖੁਸ਼ੀਆਂ ਮਾਣ ਰਹੇ ਹਾਂ, ਦੁਨੀਆ ਦੇ ਚੋਜ ਤਮਾਸ਼ੇ ਦੇਖ ਰਹੇ ਹਾਂ, ਇਹ ਦੁਨੀਆ ਦੇ ਰੰਗਾਂ ਵਿੱਚ ਰੰਗੇ ਹਾਂ, ਵਿਸਰ ਨਹੀਂ, ਕਦੇ ਤੁਹਾਨੂੰ ਵਿਸਾਰਨਾ ਨਹੀਂ ਚਾਹੁੰਦੇ, ਕਿਉਂਕਿ ਤੁਧ ਭਾਵੈ ਸੋ ਹੋਣਾ ਜੀਓ। ਜੋ ਤੁਹਾਨੂੰ ਭਾਉਂਦਾ ਹੈ ਉਹੀ ਕੁਛ ਹੋਣਾ ਹੈ। ਤੁਹਾਡੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਜਿਸ ਦਾ ਦਿੱਤਾ ਸਭ ਕਿਸ ਲੈਣਾ, ਸਤੀ ਹੀ ਅੰਮ੍ਰਿਤ ਭੋਜਨ ਖਾਣਾ। ਸੇਜ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜਿਉ। ਇਹ ਅਰਦਾਸ ਕਿਉਂ ਕਰਨੀ ਹੈ ਆਪਾਂ? ਵਿਸਰ ਨਹੀਂ ਏਵੜ ਦਾਤੇ। ਏਡੇ ਵੱਡੇ ਦਾਤਾ ਜੀ, ਮੈਨੂੰ ਕਦੇ ਵੀ ਤੁਹਾਡਾ ਨਾਮ ਵਿਸਰੇ ਨਾ, ਕਦੇ ਵੀ। ਕਿਉਂ? ਕਿਉਂਕਿ ਇਹ ਸਾਰਾ ਕੁਝ ਦਿੱਤਾ ਹੋਇਆ ਜੋ ਅਸੀਂ ਲੈ ਰਹੇ ਹਾਂ, ਇਹ ਸਾਰਾ ਕੁਝ ਦਿੱਤਾ ਹੋਇਆ ਤੁਹਾਡਾ ਹੀ ਹੈ, ਮੇਰਾ ਤੇ ਕੁਝ ਵੀ ਨਹੀਂ ਹੈ। ਇਹ ਸਾਰਾ ਕੁਝ ਤੁਹਾਡਾ ਦਿੱਤਾ ਹੋਇਆ ਹੀ ਅਸੀਂ ਲੈ ਰਹੇ ਹਾਂ।
ਸਾਨੂੰ ਕਬੀਰ ਸਾਹਿਬ ਜੀ ਦੇ ਬਚਨ ਸਦਾ ਚੇਤੇ ਰਹਿਣੇ ਚਾਹੀਦੇ ਆ। ਨਿਤ ਉੱਠ ਕੇ ਰਿਪੀਟ ਕਰੀਏ ਆਪਾਂ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਜੋ ਕੁਝ ਦਾਤਾ ਜੀ ਤੁਸੀਂ ਮੈਨੂੰ ਦਿੱਤਾ, ਤੇ ਜੇ ਮੈਂ ਸਭ ਕੁਝ ਤੁਹਾਨੂੰ ਲੁਟਾ ਦਿਆਂ, ਵਾਪਸ ਕਰ ਦਿਆਂ, ਤੇ ਮੇਰੇ ਪੱਲੇ ਕੀ ਰਹਿ ਜਾਣਾ। ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ, ਜੇ ਮੈਂ ਸਾਰਾ ਕੁਝ ਮੋੜ ਦਿਆਂ, ਵਾਪਸ ਕਰ ਦਿਆਂ, ਤੇ ਫਿਰ ਮੇਰੇ ਪੱਲੇ ਕੀ ਹੈ। ਮੇਰੇ ਪੱਲੇ ਤੇ ਕੱਖ ਵੀ ਨਹੀਂ, ਕਿਉਂਕਿ ਇਹ ਸਰੀਰ ਵੀ ਮੇਰਾ ਆਪਣਾ ਨਹੀਂ ਹੈ, ਇਹ ਵੀ ਤੁਹਾਡਾ ਦਿੱਤਾ ਹੋਇਆ ਹੈ। ਇਹ ਅੱਖ, ਕੰਨ, ਨੱਕ, ਮੂੰਹ, ਇਹ ਸਭ ਤੁਹਾਡਾ ਦਿੱਤਾ ਹੋਇਆ ਹੈ। ਤੇ ਜੇ ਇਹ ਤੁਹਾਨੂੰ ਹੀ ਦੇਤਾ, ਤੇ ਮੇਰੇ ਕੋਲ ਕੀ ਰਹਿ ਜਾਣਾ। ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ, ਇਹ ਜਿੰਦ ਵੀ ਤੁਹਾਡੀ, ਪਿੰਡ ਵੀ ਤੁਹਾਡਾ, ਜ਼ਿੰਦਗੀ ਵੀ ਤੁਹਾਡੀ ਹੈ। ਤੇ ਫਿਰ ਮੇਰੇ ਪੱਲੇ ਕੀ ਹੈ। ਮੈਂ ਸਾਰੀ ਉਮਰ ਮਾਣ ਕਰਦਾ ਰਹਿਣਾ, ਸਾਰੀ ਉਮਰ ਹੰਕਾਰ ਕਰਦਾ ਰਹਿਣਾ, ਮੈਂ ਕਰਦਾ ਰਹਿਣਾ, ਜਦ ਕਿ ਮੇਰੇ ਪੱਲੇ ਹੈ ਹੀ ਕੱਖ ਨਹੀਂ ਹੈ। ਇੱਕ ਮਾੜਾ ਜਿਹਾ ਉਹਨੇ ਹਲੂਣਾ ਦਿੱਤਾ ਨਾ, ਮਾੜਾ ਜਿਹਾ ਕੋਈ ਸਰੀਰ ਚੱਲਦਾ ਚੱਲਦਾ ਰੁਕ ਗਿਆ, ਉਸ ਦਿਨ ਪਤਾ ਲੱਗਣਾ ਵੀ ਮੈਂ ਕਰਦਾ ਰਿਹਾ, ਮੇਰੇ ਪੱਲੇ ਤੇ ਕੱਖ ਵੀ ਨਹੀਂ। ਮੰਜੇ ਤੇ ਪੈ ਗਿਆ, ਹੁਣ ਤੇ ਮੱਖੀ ਵੀ ਨੱਕ ਤੇ ਬਹਿੰਦੀ, ਉਹ ਵੀ ਉਠਾਉਣ ਵਾਸਤੇ ਹਿੰਮਤ ਨਹੀਂ ਹੈ ਵੀ ਮੱਖੀ ਉਹੀ ਉਡਾ ਦਿਆਂ, ਇੰਨੀ ਵੀ ਹਿੰਮਤ ਨਹੀਂ ਪੈਂਦੀ। ਸਾਰੀ ਉਮਰ ਮੈਂ ਕਰਦਾ ਰਿਹਾ। ਤੇ ਜਿਸ ਦਿਨ ਸਰੀਰ ਚੋਂ ਆ ਹਵਾ ਨਿਕਲ ਗਈ, ਫੂਕ ਨਿਕਲ ਗਈ, ਉਸ ਦਿਨ ਕੀ ਹੈ ਪੱਲੇ। ਉਸ ਦਿਨ ਆਪਣੇ ਆਪ ਵੀ ਨਹੀਂ ਉੱਠਣਾ, 4 ਬੰਦੇ ਲਿਆ ਕੇ ਉਠਾਉਣਗੇ। ਆਪਣੇ ਆਪ ਵੀ ਨਹਾਉਣਾ ਨਹੀਂ, 4 ਬੰਦਿਆਂ ਨੇ ਨਹਾਉਣਾ ਹੈ। ਇਹ ਫਿਰ ਮੈਂ ਕਿੱਥੇ ਗਈ। ਬਾਬਾ ਬੋਲਤੇ ਥੇ ਕਹਾਂ ਗਏ, ਜਿਹੜੇ ਹਉਮੈ ਦੀਆਂ ਬੋਲੀਆਂ ਬੋਲਦੇ ਸਨ, ਬੜੇ ਆਕੜ ਕੇ ਰਹਿੰਦੇ ਸਨ, ਕਿੱਥੇ ਗਏ ਉਹ। ਕਿੱਥੇ ਗਈ ਉਹਨਾਂ ਦੀ ਆਕੜ, ਕਿੱਥੇ ਗਿਆ ਉਹਨਾਂ ਦਾ ਹੰਕਾਰ। ਪਰ ਬੰਦਾ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਦਾਤਾ ਜੀ ਜਿਸ ਦਾ ਦਿੱਤਾ ਸਭ ਕੁਛ ਲੈਣਾ। ਇਹ ਸਾਰਾ ਕੁਝ ਜੋ ਅਸੀਂ ਲਿਆ ਹੈ, ਇਹ ਉਹਦਾ ਹੀ ਦਿੱਤਾ ਹੋਇਆ ਹੈ। ਉਹ ਦਾਤਾਰ ਹੈ, ਸਾਰੀਆਂ ਦਾਤਾਂ ਦੇਣ ਵਾਲਾ ਹੈ। 36 ਅੰਮ੍ਰਿਤ ਭੋਜਨ ਖਾਣਾ, ਆ 36 ਪ੍ਰਕਾਰ ਦੇ ਭੋਜਨ ਖਾ ਰਹੇ ਆ ਆਪਾਂ। ਆ ਪਿਛਲੇ ਦਿਨੀ ਜ਼ਿਕਰ ਕੀਤਾ ਸੀ ਕਿ ਕਈ ਐਸੇ ਨੇ ਜਿਨ੍ਹਾਂ ਨੂੰ ਸੁੱਕੀ ਵੀ ਨਸੀਬ ਨਹੀਂ ਹੁੰਦੀ, ਸੁੱਕੀ ਰੋਟੀ ਉਹ ਵੀ ਨਸੀਬ ਨਹੀਂ ਹੁੰਦੀ। ਤੇ ਕਈ ਕਹਿੰਦੇ ਜੀ ਜਿਹੜਾ ਅਸੀਂ ਸਵੇਰੇ ਖਾਂਦੇ ਆ ਉਹ ਦੁਪਹਿਰੇ ਨਹੀਂ ਖਾਂਦੇ, ਜੋ ਦੁਪਹਿਰੇ ਖਾਂਦੇ ਆ ਉਹ ਅਸੀਂ ਰਾਤ ਨੂੰ ਨਹੀਂ ਖਾਂਦੇ। ਤੇ ਜੇ ਕਿਤੇ ਸਵੇਰ ਦਾ ਦੁਪਹਿਰ ਤੱਕ ਬਚ ਜਾਵੇ, ਅਸੀਂ ਬਾਹਰ ਸੁੱਟ ਦਿੰਦੇ ਆ, ਪਰ ਖਾਂਦੇ ਨਹੀਂ ਆ। ਤੇ ਕਈ ਉਹ ਨੇ ਜਿਹੜੇ ਕਹਿੰਦੇ ਸਾਨੂੰ 2 ਦਿਨ ਦੀ ਸੁੱਕੀ ਪਈ ਰੋਟੀ ਉਹੀ ਮਿਲ ਜਾਏ ਖਾਣ ਵਾਸਤੇ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਤੁਸੀਂ ਆ 36 ਪ੍ਰਕਾਰ ਦੇ ਭੋਜਨ ਖਾਂਦੇ ਹੋ, ਕਦੇ ਉਹਦਾ ਸ਼ੁਕਰਾਨਾ ਵੀ ਕਰਿਆ ਕਰੋ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਹੁਣ ਇੱਕ ਬੁਰਕੀ ਤੋੜ ਕੇ ਖਾਣ ਲੱਗਿਆ, ਜੇ ਆ ਇੱਕ ਪੰਗਤੀ ਪੜ੍ਹ ਲਾਂਗੇ ਤੇ ਕਿਹੜਾ ਜ਼ੋਰ ਲੱਗਣਾ ਸਾਡਾ, ਕਿਹੜੀ ਇੱਥੇ ਸਾਡੀ ਤਾਕਤ ਜਾਂ ਸ਼ਾਨ ਘਟ ਜਾਣੀ ਹੈ। ਜੇ ਆਪਾਂ ਇੱਕ ਬੁਰਕੀ ਤੋੜ ਕੇ ਖਾਣ ਲੱਗਿਆਂ ਕਹਿ ਦਈਏ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਕਈਆਂ ਨੂੰ ਤੇ ਖਾਣਾ ਵੀ ਨਸੀਬ ਨਹੀਂ ਹੋ ਰਿਹਾ। ਬਹੁਤ ਐਸੇ ਸਰੀਰ ਨੇ ਜਿਹੜੇ ਦਵਾਈਆਂ ਤੇ ਹੀ ਚੱਲਦੇ ਨੇ। ਸਵੇਰੇ ਉੱਠਦਿਆਂ ਤੇ ਰਾਤ ਦੇ ਸੌਣ ਤੱਕ ਉਹ ਕਹਿੰਦੇ ਇੱਕ ਰੋਟੀ ਅੰਨ ਦਾ ਦਾਣਾ, ਇਹ ਅੰਨ ਦਾ ਦਾਣਾ ਇੱਕ ਵੀ ਦਾਣਾ ਅਸੀਂ ਅੰਦਰ ਨਹੀਂ ਲਿਜਾ ਸਕਦੇ। ਕਿਉਂ? ਕਿਉਂਕਿ ਹਫ਼ਤੇ ਬਾਅਦ ਤਾਂ ਬਲੱਡ ਚੇਂਜ ਹੁੰਦਾ ਉਹਨਾਂ ਦਾ। ਕਈ ਐਸੇ ਨੇ ਜਿਨ੍ਹਾਂ ਦਾ ਬਲੱਡ ਹਫ਼ਤੇ ਬਾਅਦ ਚੇਂਜ ਹੁੰਦਾ ਹੈ, ਤੇ ਜੇ ਨਾ ਚੇਂਜ ਕਰਨ ਤੇ ਉਹ ਪਾਣੀ ਬਣ ਜਾਂਦਾ ਹੈ, ਜ਼ਹਿਰ ਬਣ ਜਾਂਦੀ ਹੈ। ਉਹ ਕਹਿੰਦੇ ਇੱਕ ਵੀ ਦਾਣਾ ਨਹੀਂ ਖਾ ਸਕਦੇ ਅਸੀਂ। ਬਾਹਰੋਂ ਸਰੀਰ ਨਾ ਵੇਖੋ, ਅੰਦਰ ਵੇਖੋ ਕੀ ਭਰਿਆ ਪਿਆ ਸਾਡੇ। ਤੇ ਅਸੀਂ ਕਿੰਨੇ ਪਦਾਰਥ ਰੋਜ਼ ਖਾਂਦੇ ਆ, ਵਧੀਆ ਚਾਉ ਨਾਲ, ਸ਼ੌਂਕ ਨਾਲ ਖਾਂਦੇ ਆ, ਤੇ ਜਿਹਦਾ ਦਿੱਤਾ ਖਾਂਦੇ ਆ ਉਹਦਾ ਸ਼ੁਕਰਾਨਾ ਵੀ ਤੇ ਬਣਦਾ ਹੈ। ਜਿਹ ਪ੍ਰਸਾਦ 36 ਅੰਮ੍ਰਿਤ ਖਾਏ, ਜਿਹ ਪ੍ਰਸਾਦ ਜਿਹਦੀ ਕਿਰਪਾ ਨਾਲ ਅਸੀਂ ਇਹ ਭੋਜਨ ਖਾਂਦੇ ਆ। 36 ਪ੍ਰਕਾਰ ਦਾ ਮਤਲਬ ਹੈ ਖੱਟ ਰਸ, ਮਿੱਠੇ ਰਸ, ਇਹ ਸਾਰੇ ਮਿਲਾ ਕੇ 36 ਪ੍ਰਕਾਰ ਦੇ ਬਣਦੇ ਆ।
ਇਸ ਲਈ ਗੁਰੂ ਸਾਹਿਬ ਮਹਾਰਾਜ ਨੇ ਆਖਿਆ, ਮਹਾਰਾਜ ਜੀ ਇਹ ਸਾਰਾ ਕੁਝ ਤੁਹਾਡਾ ਦਿੱਤਾ ਹੈ ਜੋ ਅਸੀਂ ਲੈ ਰਹੇ ਹਾਂ। 36 ਪ੍ਰਕਾਰ ਦਾ ਅੰਮ੍ਰਿਤ ਭੋਜਨ ਅਸੀਂ ਖਾ ਰਹੇ ਹਾਂ। ਸੇਜ ਸੁਖਾਲੀ ਸ਼ੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀਓ। ਸਾਡੀ ਸੇਜ ਬੜੀ ਸੁਖਾਲੀ ਹੈ, ਸਾਡੇ ਕੋਲ ਸੁੱਖ ਦੇ ਸਾਧਨ ਬਹੁਤ ਨੇ, ਬੜੇ ਆਰਾਮ ਦੀ ਸੇਜਾ ਹੈ, ਬੜਾ ਸੌਖਾ ਅਸੀਂ ਉਹਦੇ ਉੱਤੇ ਆਰਾਮ ਕਰਦੇ ਹਾਂ। ਸ਼ੀਤਲ ਪਵਣਾ ਹਵਾ ਬੜੀ ਸ਼ੀਤਲ ਠੰਡੀ ਹਵਾ ਹੈ। ਅੱਤ ਦੀ ਗਰਮੀ ਜਦੋਂ ਆਉਂਦੀ ਹੈ ਜੇਠ ਹਾੜ ਦੀ, ਕਈਆਂ ਦਾ ਜੀਵਨ ਐਸਾ ਹੈ ਕਿ ਉਹ ਏਸੀ ਰੂਮ ਠੰਡਕ ਵਾਲੇ ਜਿਹੜੇ ਆ, ਉਹ ਜਦੋਂ ਗੱਡੀ ਵਿੱਚ ਬੈਠਦੇ ਆ ਤਾਂ ਵੀ ਠੰਡੇ ਰਹਿੰਦੇ ਆ, ਘਰ ਵਿੱਚ ਰਹਿੰਦੇ ਆ ਤਾਂ ਵੀ ਠੰਡੇ ਰਹਿੰਦੇ ਆ, ਆਫਿਸ ਵਿੱਚ ਜਾਂਦੇ ਆ ਤਾਂ ਵੀ ਠੰਡੇ ਰਹਿੰਦੇ ਆ। ਪਰ ਇਸ ਸਮੇਂ ਵਿੱਚ ਕੋਈ ਇੱਕ ਅੱਧ ਐਸਾ ਵੀ ਹੈ ਕਿ ਜਿਹਨੂੰ ਆਪਣੇ ਹੱਥ ਵਿੱਚ ਪੱਖੀ ਜਿਹੜੀ ਲੈ ਕੇ ਠੰਡੀ ਹਵਾ ਝੱਲਣ ਦਾ ਵੀ ਉਹਦੇ ਕੋਲ ਇੰਨਾ ਬਲ ਨਹੀਂ ਹੁੰਦਾ, ਭਾਵ ਆਰਥਿਕ ਕਮਜ਼ੋਰੀ ਇੰਨੀ ਹੁੰਦੀ ਹੈ ਕਿ ਉਹ ਇੱਕ ਪੱਖੀ ਵੀ ਖਰੀਦ ਕੇ ਝੱਲ ਨਹੀਂ ਸਕਦਾ। ਪਰ ਜਿਨ੍ਹਾਂ ਨੂੰ ਇੰਨੇ ਸੁੱਖ ਦਿੱਤੇ ਆ ਉਹਨਾਂ ਨੂੰ ਤੇ ਹਰ ਪਲ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਹਨੂੰ ਚੇਤੇ ਕਰਨਾ ਚਾਹੀਦਾ ਹੈ। ਪਰ ਕਈ ਐਸੇ ਵੀ ਵੇਖੇ ਆ, ਧਿਆਨ ਦੇ ਕੇ ਸਮਝਿਓ, ਆਪਾਂ ਸਮਾਜ 'ਚ ਰਹਿੰਦੇ ਆ, ਜਦੋਂ ਥੋੜਾ ਖਾਣਾ ਸੀ, ਥੋੜਾ ਦਾਇਰਾ ਸੀ ਰਹਿਣ ਵਾਲਾ, ਤੇ ਬਸਤਰ ਵੀ ਜਿਹੜੇ ਓਨੇ ਕੁ ਸੀ ਵੀ ਪਾ ਲਏ ਤੇ ਲਾ ਲਏ, ਉਦੋਂ ਤੇ ਹਰ ਵੇਲੇ ਮੁੱਖ ਚੋਂ ਨਿਕਲਦਾ ਸੀ ਵਾਹਿਗੁਰੂ। ਸਵੇਰੇ ਜਾਗ ਵੀ ਆ ਜਾਂਦੀ ਸੀ। ਪਰ ਜਦੋਂ ਦੇ ਆ ਬਸਤਰਾਂ ਦੇ ਢੇਰ ਲੱਗ ਗਏ, ਜਦੋਂ ਜ਼ਮੀਨ ਤੋਂ ਫਿਰ ਮਖਮਲੀ ਗੱਦਿਆਂ ਤੇ ਸੌਣ ਲੱਗ ਗਿਆ, ਜਦੋਂ ਇੱਕ ਛੋਟੇ ਜਿਹੇ ਕਮਰੇ ਤੋਂ ਬੜਾ ਵੱਡਾ ਮਹਿਲ ਬਣ ਗਿਆ, ਪਹਿਲਾਂ ਪੱਖੀ ਵੀ ਨਹੀਂ ਸੀ ਝੱਲਣ ਵਾਸਤੇ, ਹੁਣ ਏਸੀ ਰੂਮ ਵੀ ਬਣ ਗਏ। ਹੁਣ ਸਵੇਰੇ ਸੂਰਜ ਚੜ੍ਹਿਆ ਹੁੰਦਾ ਤਾਂ ਵੀ ਅੱਖ ਨਹੀਂ ਖੁੱਲਦੀ, ਤਾਂ ਵੀ ਜਾਗ ਨਹੀਂ ਆਉਂਦੀ। ਫਿਰ ਉਸ ਵੇਲੇ ਜਦੋਂ ਉੱਠਦਾ ਕਾਲੀ ਇੰਨੀ ਹੁੰਦੀ ਆ ਵੀ ਉਸੇ ਵੇਲੇ ਨਹਾਉਣਾ ਖਾਣਾ ਦੌੜ ਭੱਜ ਵਿੱਚ ਹੀ ਲੱਗਿਆ ਰਹਿੰਦਾ ਹੈ। ਫਿਰ ਮੱਥਾ ਟੇਕਣ ਨੂੰ ਵੀ ਟਾਈਮ ਨਹੀਂ ਲੱਗਦਾ, ਮੱਥਾ ਟੇਕਣ ਯੋਗਾ ਵੀ ਸਮਾਂ ਨਹੀਂ ਇਹਦੇ ਬੰਦੇ ਕੋਲ। ਉਹੀ ਬੰਦਾ ਜਿਹੜਾ ਕਿੰਨਾ ਸਮਾਂ ਵਾਹਿਗੁਰੂ ਨੂੰ ਚੇਤੇ ਕਰਦਾ ਰਹਿੰਦਾ ਸੀ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਅੱਖ ਖੁੱਲ ਜਾਂਦੀ ਸੀ, ਅੱਜ ਉਹੀ ਬੰਦਾ ਸਾਰੇ ਸੁੱਖ ਲੈ ਕੇ ਤੇ ਅੱਜ ਅੱਖ ਨਹੀਂ ਖੁੱਲਦੀ। ਉਦੋਂ ਆਉਂਦਾ ਸੀ ਤੇ ਆ ਕੇ ਕਹਿੰਦਾ ਸੀ, ਮਹਾਰਾਜ ਮੈਂ ਤੁਹਾਡੇ ਦਰ ਤੇ ਕਿੰਨਾ ਚਿਰ ਬੈਠ ਕੇ ਨਾਮ ਸੁਣਨਾ ਚਾਹੁੰਦਾ, ਅੱਜ ਕਹਿੰਦਾ ਮਸਾਂ ਟਾਈਮ ਕੱਢਿਆ ਮੱਥਾ ਟੇਕਣ ਜੋਗਿਆ। ਟਾਈਮ ਕੱਢ ਕੇ ਆਇਆ, ਇਹਦਾ ਮਤਲਬ ਅਹਿਸਾਨ ਕਰਨ ਵਾਸਤੇ ਆਇਆ ਵੀ ਮੈਂ ਮਸਾਂ ਟਾਈਮ ਤੁਹਾਡੇ ਲਈ ਕੱਢ ਕੇ ਆਇਆ। ਹੱਦ ਹੋ ਗਈ। ਅਸੀਂ ਗੁਰੂ ਸਾਹਿਬ ਨੂੰ ਇਹ ਗੱਲ ਕਹਿ ਦਈਏ ਕਿ ਗੁਰੂ ਸਾਹਿਬ ਮੈਂ ਤੇ ਤੁਹਾਡੇ ਲਈ ਮਸਾਂ ਟਾਈਮ ਕੱਢ ਕੇ ਆਇਆ, ਇੰਨੀ ਔਕਾਤ ਸਾਡੀ ਵੱਡੀ ਹੋ ਗਈ। ਇੰਨੇ ਅਸੀਂ ਵੱਡੇ ਅਹੁਦੇਦਾਰ ਹੋ ਗਏ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਹੀਏ ਵੀ ਤੁਹਾਡੇ ਲਈ ਮਸਾਂ ਸਮਾਂ ਕੱਢ ਕੇ ਆਏ ਆ। ਸਾਡੇ ਜੀਵਨ ਦੇ ਵਿੱਚ ਕਿੰਨਾ ਬਦਲਾਵ ਆ ਗਿਆ, ਆਪਣੇ ਅੰਦਰ ਕਦੀ ਝਾਤੀ ਮਾਰ ਕੇ ਵੇਖਿਓ। ਅਸੀਂ ਇੰਨੇ ਵੱਡੇ ਕਦੋਂ ਦੇ ਹੋ ਗਏ ਕਿ ਮੈਂ ਗੁਰਦੁਆਰੇ ਗਿਆ ਸੀ ਤੇ ਦਾਨ ਦੇ ਕੇ ਆਇਆ, ਅੱਜ ਮੈਂ ਆਹ ਦਾਨ ਕਰਕੇ ਆਇਆ। ਏਡੇ ਵੱਡੇ ਦਾਨੀ ਅਸੀਂ ਕਦੋਂ ਦੇ ਹੋ ਗਏ? ਦਾਨੀ ਤੇ ਅਸੀਂ ਤੇ ਭਿਖਾਰੀ ਆ। ਹੰ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ। ਰਾਮ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨ ਆਵਈ ਅਗਨਤ ਭਰੇ ਭੰਡਾਰ। ਅਸਲ ਵਿੱਚ ਆ ਜਿਹੜੇ ਮਾਇਆਵੀ ਰੰਗ ਨੇ ਨਾ, ਇਹਨਾਂ ਨੇ ਸਾਨੂੰ ਪਰਮੇਸ਼ਵਰ ਵਿਸਾਰ ਦਿੱਤਾ, ਭੁਲੇਖਾ ਪਾ ਦਿੱਤਾ ਵੀ ਦਾਤਾਰ ਹੈ ਕੌਣ ਹੈ ਤੇ ਅਸੀਂ ਬਣਾ ਕਿਹਨੂੰ ਬੈਠੇ ਆ। ਖੈਰ ਸਮਾਂ ਨੇੜੇ ਲੱਗਦਾ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਸੇਜ ਸੁਖਾਲੀ ਜਿਸ ਦਾ ਦਿੱਤਾ ਸਭ ਕਿਛ ਲੈਣਾ। ਇਹ ਸੇਜ ਵੀ ਸਾਡੀ ਸੁਖਾਲੀ ਹੋ ਗਈ, ਸ਼ੀਤਲ ਪਵਨਾ ਹਵਾ ਵੀ ਠੰਡੀ ਠੰਡੀ ਆਉਣ ਲੱਗ ਪਈ। ਔਰ ਸਹਿਜ ਸਤਿਗੁਰੂ ਮਹਾਰਾਜ ਜੀਓ ਕੇਲ ਰੰਗ ਕਰਨਾ, ਅਸੀਂ ਟਿਕ ਕੇ ਦੁਨੀਆ ਦੇ ਰੰਗ ਤਮਾਸ਼ੇ ਵੀ ਵੇਖਣ ਲੱਗ ਪਏ, ਅਸੀਂ ਦੁਨੀਆ ਦੇ ਰੰਗ ਵੀ ਮੰਨਣ ਲੱਗ ਪਏ।
ਚੌਜ ਤਮਾਸ਼ੇ ਵੀ ਅਸੀਂ ਕਰਨ ਲੱਗ ਪਏ ਹਾਂ, ਪਰ ਕਿਤੇ ਆ ਸਾਰਾ ਕੁਝ ਲੈ ਕੇ ਸਾਡੀ ਅਕਲ ਤੇ ਪੜਦਾ ਨਾ ਪੈ ਜਾਏ, ਕਿਤੇ ਸਾਡੀ ਮੱਤ ਮਾਰੀ ਨਾ ਜਾਏ, ਬੁੱਧੀ ਭ੍ਰਿਸ਼ਟ ਨਾ ਹੋ ਜਾਏ ਇਹ ਸਾਰਾ ਕੁਝ ਲੈ ਕੇ। ਇਸ ਲਈ ਸਾਡੇ ਤੇ ਕਿਰਪਾ ਕਰ ਦੇਵੋ। ਸਾਬੁਦ ਦੀਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ। ਸਾਸ ਸਾਸ ਤੇਰੇ ਗੁਣ ਗਾਵਾ, ਓਟ ਨਾਨਕ ਗੁਰ ਚਰਣਾ ਜੀਓ। ਫਿਰ ਜਦੋਂ ਇਹ ਸਾਰੀ ਗੱਲ ਸਮਝ ਵਿੱਚ ਆਈ, ਫਿਰ ਅਰਦਾਸ ਕੀਤੀ ਵੀ ਸਾ ਬੁੱਧ ਦੀਜੈ, ਕਿਉਂਕਿ ਆ ਸਾਰੇ ਸੁੱਖ ਲੈ ਕੇ ਕਿਤੇ ਸਾਡੀ ਅਕਲ ਤੇ ਪੜਦਾ ਨਾ ਪੈ ਜਾਏ, ਸਾਡੀ ਮੱਤ ਨਾ ਮਾਰੀ ਜਾਏ, ਸਾਡੀ ਬੁੱਧੀ ਨਾ ਭ੍ਰਿਸ਼ਟ ਹੋ ਜਾਏ, ਸਾਡੀ ਮੱਤ ਕਿਤੇ ਕੁਮੱਤ ਨਾ ਬਣ ਜਾਏ, ਇਹ ਸਾਡੇ ਮਨ ਨੂੰ ਕਿਤੇ ਭੈੜਾ ਨਾ ਕਰ ਦੇਵੇ। ਇਸ ਲਈ ਸਾ ਮਤ ਦੀਜੈ, ਇਹਦੇ ਨਾਲ ਨਾਲ ਜਿੱਥੇ ਸੁੱਖ ਦਿੱਤੇ ਆ, ਆਰਾਮ ਦੀ ਜ਼ਿੰਦਗੀ ਦਿੱਤੀ ਆ, ਸੋਹਣਾ ਜੀਵਨ ਜਿਉਣ ਵਾਸਤੇ ਦਿੱਤਾ ਹੈ, ਉੱਥੇ ਇੱਕ ਬੁੱਧ ਵੀ ਚੰਗੀ ਦੇ ਦਿਓ, ਅਕਲ। ਜਿਤ ਵਿਸਰੈ ਨਾਹੀ, ਉਹ ਬੁੱਧ ਦਿਓ ਸਾਨੂੰ ਜਿਹਦੇ ਵਿੱਚ ਤੁਹਾਡਾ ਨਾਮ ਕਦੇ ਨਾ ਵਿਸਰੇ, ਕਦੇ ਵੀ ਨਾ ਵਿਸਰੇ। ਸਾ ਮਤ ਦੀਜੈ, ਐਸੀ ਮਤ ਦੇ ਦਿਓ, ਐਸੀ ਸਮਝ ਦੇ ਦਿਓ, ਜਿਤ ਤੁਧ ਧਿਆਈ, ਜਿਹਦੇ ਵਿੱਚ ਅਸੀਂ ਤੁਹਾਨੂੰ ਸਦਾ ਧਿਆਉਂਦੇ ਰਹੀਏ। ਇਹ ਮਤ ਕੁਮੱਤ ਨਾ ਬਣ ਜਾਏ, ਜੇ ਕੁਮੱਤ ਬਣ ਗਈ ਤਾਂ ਫਿਰ ਮਨ ਰੇ ਕੌਣ ਕੁਮੱਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੈ ਕੀਨੀ। ਫਿਰ ਸਾਰਾ ਕੁਝ ਹੋਏਗਾ ਪਰ ਉਹਦੀ ਭਗਤੀ ਨਹੀਂ ਹੋਏਗੀ, ਉਹਦੇ ਨਾਮ ਦਾ ਨਿਤਨੇਮ ਸਿਮਰਨ ਨਹੀਂ ਹੋਏਗਾ, ਸਾਰਾ ਕੁਝ ਹੋਏਗਾ ਕਿਉਂਕਿ ਮਤ ਕੁਮੱਤ ਹੋ ਗਈ ਨਾ। ਸਾ ਮਤ ਦੀਜੈ, ਸਾ ਮੈਨੇ ਉਹ ਮਤ ਸਾਨੂੰ ਦਿਓ ਜਿਤ ਤੁਧ ਧਿਆਈ। ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਮੈਨੂੰ ਐਸੀ ਮਤ ਦਿਓ, ਮੈਂ ਸਦਾ ਤੁਹਾਨੂੰ ਹੀ ਧਿਆਉਣਾ ਚਾਹੁੰਦਾ ਹਾਂ, ਤੁਹਾਨੂੰ ਹੀ ਸਿਮਰਨਾ ਚਾਹੁੰਦਾ ਹਾਂ। ਸਾਸ ਸਾਸ ਤੇਰੇ ਗੁਣ ਗਾਵਾਂ, ਹਰ ਸਾਹ ਵਿੱਚ ਸਾਹ ਅੰਦਰ ਭਰਦਿਆਂ ਵੀ ਵਾਹਿਗੁਰੂ, ਸਾਹ ਬਾਹਰ ਕੱਢਦਿਆਂ ਵੀ ਵਾਹਿਗੁਰੂ, ਸਾਹ ਅੰਦਰ ਭਰਦਿਆਂ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ, ਸਾਹ ਬਾਹਰ ਨਿਕਲਦਿਆਂ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਹਿਗੁਰੂ ਜੀ ਸਾਸ ਸਾਸ ਤੇਰੇ ਗੁਣ ਗਾਵਾਂ। ਇਹ ਸਾਰਾ ਕੁਝ ਕਿਵੇਂ ਹੋਏਗਾ? ਚੰਗੀ ਬੁੱਧ, ਚੰਗੀ ਮਤ, ਸਾਸ ਸਾਸ ਗੁਣ ਗਾਉਣੇ, ਇਹ ਕਿਵੇਂ ਹੋਣਗੇ? ਓਟ ਨਾਨਕ ਗੁਰ ਚਰਨਾ ਜੀਓ। ਨਾਨਕ ਜੀ ਕਹਿੰਦੇ ਆ, ਇਹ ਵਾਹਿਗੁਰੂ ਜੀ ਮੈਨੂੰ ਗੁਰੂ ਦੇ ਚਰਨਾਂ ਦੀ ਓਟ ਦੇ ਦਿਓ, ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇ ਦਿਓ, ਕਿਉਂਕਿ ਗੁਰੂ ਚਰਨਾਂ ਦਾ ਆਸਰਾ ਲੈ ਕੇ ਮੈਂ ਬੇਨਤੀ ਕਰਾਂਗਾ ਕਿ ਮਾਲਕ ਜੀ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਮੈਂ ਗੁਰੂ ਚਰਨਾਂ 'ਚ ਬੇਨਤੀ ਕਰਾਂਗਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਮੈਨੂੰ ਗੁਰੂ ਚਰਨਾਂ ਦਾ ਓਟ ਆਸਰਾ ਦੇ ਦਿਓ ਤਾਂ ਕਿ ਮੈਂ ਬੇਨਤੀ ਕਰਾਂਗਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਮੈਂ ਗੁਰੂ ਕੋਲ ਆ ਕੇ ਬੇਨਤੀ ਕਰਾਂਗਾ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਤੇ ਫਿਰ ਗੁਰੂ ਦਾ ਆਸਰਾ ਲੈ ਕੇ ਸਾਸ ਸਵਾਸ ਵਾਹਿਗੁਰੂ ਜੀ ਤੁਹਾਡੇ ਗੁਣ ਗਾਉਣ ਦੀ ਮੈਨੂੰ ਜਾਚ ਆ ਜਾਏਗੀ। ਫਿਰ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ, ਕਦੇ ਵੀ ਮੇਰੇ ਅੰਦਰੋਂ ਪਰਮੇਸ਼ਵਰ ਦਾ ਨਾਮ ਵਿਸਰੇਗਾ ਨਹੀਂ, ਤੇ ਵਿਸਰਨਾ ਵੀ ਨਹੀਂ ਚਾਹੀਦਾ। ਉੱਠਦਿਆਂ ਬਹਿੰਦਿਆਂ ਇਹ ਬੇਨਤੀਆਂ ਕਰਦੇ ਰਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਏਹ, ਨਾਨਕ ਚਾਉ ਏਹ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਇਹ ਅਰਦਾਸ ਬੇਨਤੀ ਵਾਹਿਗੁਰੂ ਦੇ ਚਰਨਾਂ 'ਚ ਕਰਦੇ ਰਹੀਏ। ਜਿੱਦਾਂ ਦਾ ਮਰਜ਼ੀ ਸਮਾਂ ਆ ਜਾਏ, ਸੌਖਾ ਔਖਾ, ਦੁੱਖ ਸੁੱਖ, ਕਦੇ ਵੀ ਸਾਡੇ ਅੰਦਰੋਂ ਪਰਮੇਸ਼ਵਰ ਦਾ ਨਾਮ ਨਾ ਵਿਸਰੇ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਸਾਡਾ ਬਣ ਸਕਦਾ ਹੈ। ਬੇਨਤੀਆਂ ਕਰਦੇ ਰਹੀਏ, ਨਾਮ ਰੰਗ ਵਿੱਚ ਰੰਗੇ ਰਹੀਏ। ਮੁਬਾਰਕ ਹੈ ਜੋ ਤੁਸੀਂ ਗੁਰੂ ਚਰਨਾਂ ਦਾ ਆਸਰਾ ਲੈ ਕੇ ਅੰਮ੍ਰਿਤਮਈ ਬਾਣੀ, ਕੀਰਤਨ, ਕਥਾ, ਵਿਚਾਰਾਂ ਨਾਲ ਜੁੜਦੇ ਹੋ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸੁਮੱਤ ਬਖਸ਼ਣ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਸਾਬਦ ਦੀਜੈ ਜਿਤ ਵਿਸਰੈ ਨਾਹੀ, ਸਾਮਤ ਦੀਜੈ ਜਿਤ ਤੁਧ ਧਿਆਈ। ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।